ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬੈਠਿਓ ਬੰਧਨ ਕਰ ਨਿਕਟ, ਭਿਖ ਸ਼੍ਰੀ ਅਰਜਨ ਨਾਥ। ਕਿਰਪਾ ਬਿਲੋਚਨ ਪਰ ਰਹੇ, ਕਯੋ ਬਿਪਰ ਕੇ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦਾ ਕੁਝ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਬਣਾ ਰਹੇ ਹੋ। ਗੁਰੂ ਘਰ ਦੇ ਸੇਵਕ ਭਾਈ ਗੰਗਾ ਰਾਮ ਜੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਬਠਿੰਡੇ ਨਗਰ ਦੇ ਰਹਿਣ ਵਾਲੇ ਸਨ ਭਾਈ ਗੰਗਾ ਰਾਮ ਜੀ। ਜਾਤੀ ਕਰਕੇ ਬ੍ਰਾਹਮਣ ਸਨ। ਬਾਜਰੇ ਦੇ ਕੁਝ ਗੱਡੇ ਭਰੇ ਨੇ ਵੇਚਣ ਵਾਸਤੇ ਪੰਜਾਬ ਦੇ ਵਿੱਚ ਵਿਚਰਦੇ ਸਤਲੁਜ ਬਿਆਸ ਦਰਿਆ ਟੱਪ ਕੇ ਮਾਝੇ ਦੇ ਇਲਾਕੇ ਵਿੱਚ ਆਏ ਨੇ। ਉੱਥੇ ਕਿਸੇ ਨੂੰ ਪੁੱਛਿਆ ਕਿ ਬਾਜਰਾ ਮੇਰੇ ਕੋਲ 500-600 ਮਣ ਬਾਜਰਾ ਹੈ, ਇਹ ਕਿੱਥੇ ਵਿਕ ਸਕਦਾ ਹੈ, ਇਕੱਠਾ ਜੇ ਵੇਚਣਾ ਹੋਵੇ ਤੇ ਮੈਨੂੰ ਲਾਭ ਪ੍ਰਾਪਤ ਹੋਵੇ। ਕਿਸੇ ਸਿੱਖ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਰੋਜ਼ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ। ਅਣਗਿਣਤ ਮਜ਼ਦੂਰ ਕਾਮੇ ਉੱਥੇ ਸੇਵਾ ਕਰ ਰਹੇ ਨੇ। ਇਹ ਬਾਜਰਾ ਤੇਰਾ ਉੱਥੇ ਵਿਕ ਸਕਦਾ ਇਕੱਠਾ। ਭਾਈ ਗੰਗਾ ਰਾਮ ਜੀ ਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਜਾਗੇ। ਉਹ ਸਾਰਾ ਬਾਜਰਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਗੱਡਿਆਂ ਤੋਂ ਲਾਹ ਕੇ ਇੱਕ ਜਗ੍ਹਾ ਤੇ ਢੇਰ ਲਾ ਕੇ ਆਪਣਾ ਆਸਣ ਲਾ ਲਿਆ। ਜਦੋਂ ਸੇਵਾ ਵੇਖੀ ਉੱਥੇ ਅਣਗਿਣਤ ਸੰਗਤ ਵਿਚਰਦੀ ਹੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨਿਤ ਆਉਂਦੀ ਹੈ। ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। 2-3 ਦਿਨ ਹਾਲੇ ਬੀਤੇ ਹੀ ਸਨ। ਦੇਵ ਨੇ ਤੇ ਇਹੋ ਜਿਹੀ ਖੇਡ ਵਰਤੀ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਅੰਨ ਨਹੀਂ ਆਇਆ ਲਾਗਲੇ ਪਿੰਡਾਂ 'ਚੋਂ। ਇੱਕ ਦਿਨ ਲੰਗਰ ਨਹੀਂ ਪੱਕਿਆ। ਅਗਲਾ ਦਿਨ ਚੜ੍ਹ ਗਿਆ, ਅਗਲੇ ਦਿਨ ਫੇਰ ਅੰਨ ਨਾ ਆਇਆ। ਤੇ ਭਾਈ ਗੰਗਾ ਰਾਮ ਜੀ ਨੂੰ ਪਤਾ ਲੱਗਾ ਵੀ ਮੇਰੇ ਕੋਲ ਬਾਜਰਾ ਇਹ ਕਿਹੜੇ ਕੰਮ ਆਉਣਾ ਜੇ ਸੰਗਤ ਦੇ ਲੰਗਰ ਛਕਣ ਦੇ ਕੰਮ ਨਾ ਆਵੇ। ਲਾਂਗਰੀ ਨੂੰ ਪੁੱਛਿਆ। ਲਾਂਗਰੀ ਨੇ ਪੰਜਵੇਂ ਪਾਤਸ਼ਾਹ ਕੋਲੋਂ ਆਗਿਆ ਲਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਗੰਗਾ ਰਾਮ ਜੀ ਨੂੰ ਕਹਿਓ ਕਿ ਮਾਇਆ ਜਿਹੜੀ ਆ ਉਹ ਵਿਸਾਖੀ ਦਾ ਜਦੋਂ ਜੋੜ ਮੇਲਾ ਹੋਵੇਗਾ ਉਦੋਂ ਮਿਲੇਗੀ। ਪਰ ਭਾਈ ਗੰਗਾ ਰਾਮ ਜੀ ਤਾਂ ਸਮਰਪਣ ਭਾਵ ਨਾਲ ਸੇਵਾ ਕਰ ਰਹੇ ਨੇ ਵੀ ਮਾਇਆ ਮਿਲੇ ਨਾ ਮਿਲੇ ਕੋਈ ਕਾਂਖਾ ਹੀ ਨਹੀਂ ਸੀ। 100 ਮਣ ਪਹਿਲੇ ਦਿਨ ਬਾਜਰਾ ਤੋਲ ਕੇ ਦੇ ਦਿੱਤਾ। ਅਗਲੇ ਦਿਨ ਫੇਰ ਅੰਨ ਨਾ ਆਇਆ। ਅਗਲੇ ਦਿਨ ਫਿਰ 100 ਮਣ, 3 ਦਿਨ, 4 ਦਿਨ, 5 ਦਿਨਾਂ 'ਚ 500 ਮਣ ਬਾਜਰਾ ਸੀ ਭਾਈ ਗੰਗਾ ਰਾਮ ਜੀ ਕੋਲ। ਉਹ ਸਾਰਾ ਗੁਰੂ ਲੰਗਰਾਂ 'ਚ ਭੇਟ ਹੋ ਗਿਆ। ਔਰ ਆਪ ਉੱਥੇ ਹੀ ਰਹਿ ਕੇ ਗੁਰੂ ਘਰ 'ਚ ਸੇਵਾ ਕਰਨ ਲੱਗੇ। 2-3 ਮਹੀਨੇ ਇਦਾਂ ਹੀ ਬੀਤ ਗਏ ਸੇਵਾ ਕਰਦਿਆਂ। ਪਿੱਛੇ ਭੁੱਲ ਗਿਆ। ਪਰਿਵਾਰ ਦਾ ਕੋਈ ਫਿਕਰ ਨਹੀਂ, ਚਿੰਤਾ ਨਹੀਂ। ਨਾ ਮਨ 'ਚ ਕੋਈ ਇਹ ਇੱਛਾ ਹੋਈ ਕਿ ਮੇਰੀ ਮਾਇਆ ਆਉਣੀ ਹੈ ਇਸ ਬਾਜਰੇ ਦੀ। ਬਸ ਸੇਵਾ ਕਰਦਿਆਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਖੁਸ਼ੀ ਲੈਂਦੇ ਹੈ। ਔਰ ਰਾਤ ਦਿਨ ਟੋਕਰੀ ਢੋਣ ਦੀ ਸੇਵਾ ਕਰਦੇ ਸਰੋਵਰ ਵਿੱਚ ਭਾਈ ਗੰਗਾ ਰਾਮ ਜੀ। ਔਰ ਮਹਾਰਾਜ ਜੀ ਦੇ ਚਰਨਾਂ ਤੋਂ ਵਿਛੜ ਕੇ ਨਹੀਂ ਜਾਣਾ ਚਾਹੁੰਦੇ। ਵਿਸਾਖੀ ਦਾ ਜੋੜ ਮੇਲਾ ਆ ਗਿਆ। ਇੰਨੇ ਨੂੰ ਬੜੀ ਸੰਗਤ ਜੁੜੀ। ਮਾਇਆ ਵੀ ਬੇਅੰਤ ਹਾਜ਼ਰ ਹੋਈ। ਅੰਨ ਧਨ ਦੇ ਭੰਡਾਰ ਲੱਗ ਗਏ ਮਹਾਰਾਜ ਜੀ ਦੇ ਚਰਨਾਂ 'ਚ। ਵਿਸਾਖੀ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਸੰਗਤ ਵਿਦਾ ਹੋ ਗਈ।
ਗੁਰਦੇਵ ਨੇ ਹੁਕਮ ਕੀਤਾ ਵੀ ਜਾਓ ਭਾਈ ਗੰਗਾ ਰਾਮ ਜੀ ਨੂੰ ਬੁਲਾਓ ਕਿ ਉਹ ਆ ਜਾਣ ਸਾਡੇ ਚਰਨਾਂ 'ਚ ਤੇ ਜਿਹੜੀ ਉਹਨਾਂ ਦੀ ਮਾਇਆ ਬਣਦੀ ਆ ਉਹ ਲੈ ਲੈਣ। ਭਾਈ ਗੰਗਾ ਰਾਮ ਜੀ ਨੂੰ ਜਾ ਕੇ ਸਿੱਖ ਨੇ ਸੁਨੇਹਾ ਦਿੱਤਾ। ਭਾਈ ਗੰਗਾ ਰਾਮ ਜੀ ਬੜੇ ਪ੍ਰਸੰਨ ਕਿ ਗੁਰੂ ਸਾਹਿਬ ਨੇ ਮੈਨੂੰ ਚੇਤੇ ਕੀਤਾ, ਗੁਰਦੇਵ ਨੇ ਯਾਦ ਕੀਤਾ। ਤੋ ਚੱਲ ਕੇ ਭਾਈ ਗੰਗਾ ਰਾਮ ਜੀ ਮਹਾਰਾਜ ਜੀ ਦੇ ਚਰਨਾਂ 'ਚ ਆਏ, ਮੱਥਾ ਟੇਕਿਆ, ਨਮਸਕਾਰ ਕੀਤੀ। ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਭਾਈ ਗੰਗਾ ਰਾਮ ਜੀ ਦੀ ਵਾਰਤਾਲਾਪ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ 'ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੈਠਿਓ ਬੰਧਨ ਕਰ ਨਿਕਟ ਪਿਕ ਸ਼੍ਰੀ ਅਰਜਨ ਨਾਥ। ਭਾਈ ਗੰਗਾ ਰਾਮ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਏ। ਗੁਰਦੇਵ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ। ਭਾਈ ਗੰਗਾ ਰਾਮ ਜੀ ਵੱਲ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੇਖਿਆ। ਕਿਰਪਾ ਬਿਲੋਚਨ ਪਰ ਰਹੀ ਕਯੋ ਬਿਪਰ ਕੇ ਸਾਥ। ਕਿਰਪਾ ਭਰੀ ਸਵੱਲੀ ਨਿਗਾਹ ਨਾਲ, ਦਇਆ ਭਰੀ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਨੇ ਪੰਡਤ ਗੰਗਾ ਰਾਮ ਜੀ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਚੌਪਈ ਦਿਜਜੂ ਮੋਲ ਅੰਨ ਕੋ ਲੀਜੈ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਤੁਸੀਂ ਬਾਜਰਾ ਭੇਟ ਕੀਤਾ ਸੀ 2-3 ਮਹੀਨੇ ਪਹਿਲਾਂ ਲੰਗਰਾਂ 'ਚ ਲਿਆਏ, ਤੁਸੀਂ ਵੇਚਣ ਵਾਸਤੇ ਸੀ ਤੇ ਉਦੋਂ ਲੰਗਰਾਂ ਦੇ ਵਿੱਚ ਕੁਝ ਅਟਕ ਲੱਗੀ ਤੇ ਤੁਸੀਂ ਉਹ ਰਾਸ਼ਨ ਜਿਹੜਾ ਸੀ ਬਾਜਰਾ ਸੀ ਹਾਜ਼ਰ ਕੀਤਾ ਸੀ। ਉਹਦਾ ਜਿਹੜਾ ਮੁੱਲ ਹੈ ਜਿੰਨੇ ਦਾ ਉਹ ਤੁਹਾਡਾ ਬਾਜਰਾ ਸੀ ਉਹਦਾ ਮੁੱਲ ਹੁਣ ਸਾਡੇ ਕੋਲੋਂ ਲੈ ਲਵੋ। ਪੁਰੋ ਕਾਮਨਾ ਸਦਨ ਸਦੀਜੈ। ਔਰ ਆਪਣੀ ਕਾਮਨਾ ਪੂਰੀ ਕਰਕੇ ਤੁਸੀਂ ਹੁਣ ਵਿਦਾ ਹੋ ਕੇ ਆਪਣੇ ਘਰ ਨੂੰ ਜਾਓ। ਥੁਰਿਓ ਹੁਤੋ ਜਬ ਤੁਮਨੇ ਦਇਓ। ਤੁਸੀਂ ਬੜੇ ਭਲੇ ਵੇਲੇ ਸੇਵਾ ਕੀਤੀ ਆ ਗੁਰੂ ਘਰ 'ਚ। ਉਦੋਂ ਲੰਗਰਾਂ ਦੇ ਵਿੱਚ ਅੰਨ ਥੁੜਿਆ ਸੀ, ਅੰਨ ਦਾ ਥੋੜੀ ਜੀ ਅਟਕ ਲੱਗ ਗਈ ਸੀ, ਰਾਸ਼ਨ ਨਹੀਂ ਸੀ ਆਇਆ 2-3 ਦਿਨ। ਤਾਂ ਉਸ ਵਕਤ ਤੁਸੀਂ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਕੇ ਗੁਰੂ ਘਰ ਦੀ ਖੁਸ਼ੀ ਲਈ ਹੈ। ਸਤ ਸੰਗਤ ਸਭ ਅਚਵਨ ਕਇਓ। ਸਾਰੀ ਸੰਗਤ ਨੇ ਭੋਜਨ ਛਕਿਆ, ਤੁਸੀਂ ਬਾਜਰਾ ਹਾਜ਼ਰ ਕੀਤਾ ਸੀ। ਉਹ ਬਾਜਰੇ ਦੇ ਫੁਲਕੇ 5 ਦਿਨ ਵਰਤਦੇ ਰਹੇ। ਸਾਰੀ ਸਤ ਸੰਗਤ ਨੇ ਬੜੇ ਪਿਆਰ ਨਾਲ ਭੋਜਨ ਛਕਿਆ। ਲਿਓ ਮੋਲ ਤੇ ਦਰਬ ਸਵਾਇਓ। ਤੇ ਹੁਣ ਜਿੰਨਾ ਤੁਹਾਡਾ ਮੁੱਲ ਸੀ ਨਾ ਉਹ ਬਾਜਰੇ ਦਾ, ਮਹਾਰਾਜ ਜੀ ਕਹਿੰਦੇ ਉਹਦੇ ਨਾਲੋਂ 1.25 ਗੁਣਾ ਵੱਧ ਲੈ ਲਓ ਸਾਡੇ ਕੋਲੋਂ ਧਨ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਜਿੰਨੇ ਦਾ ਉਹ ਬਾਜਰਾ ਸੀ, ਜਿੰਨੇ ਦਾ ਉਹਦਾ ਮੁੱਲ ਸੀ ਉਸ ਵੇਲੇ, ਉਹਦੇ ਨਾਲੋਂ ਸਵਾਇਆ ਯਾਨੀ ਕਿ ਸਾਡੇ ਕੋਲੋਂ 1.25 ਗੁਣਾ ਵੱਧ ਪੈਸੇ ਲੈ ਲਵੋ। ਜਿਸ ਤੇ ਦੂਰ ਦੇਸ਼ ਤੇ ਲਿਆਓ। ਕਿਉਂਕਿ ਦੂਰੋਂ ਲੈ ਕੇ ਆਏ। ਉੱਥੇ ਬਠਿੰਡਾ ਸ਼ਹਿਰ ਹੈ, ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੋਂ ਗੱਡਿਆਂ ਤੇ ਲੱਦ ਕੇ ਲਿਆਉਣਾ, ਬੰਦੇ ਵੀ ਨਾਲ ਲਾਏ, ਨੌਕਰ ਚਾਕਰ ਵੀ ਹੋਣਗੇ, ਮਜ਼ਦੂਰੀ ਵੀ ਲੱਗੀ ਹੋਵੇਗੀ, ਢੋਆ ਢੁਆਈ ਦਾ ਖਰਚਾ ਵੀ ਹੋਵੇਗਾ। ਦੂਰੋਂ ਤੁਸੀਂ ਲੈ ਕੇ ਆਇਓ, ਇਸ ਕਰਕੇ ਤੁਹਾਡਾ ਖਰਚ ਵੱਧ ਹੋਇਆ ਹੋਵੇਗਾ। ਪੁਨ ਉਧਾਰ ਪਰ ਬਾਂਚਿਤ ਕਾਲਾ। ਫਿਰ ਉਧਾਰ ਕੀ 2-3 ਮਹੀਨੇ ਤਾਂ ਉਧਾਰ ਨੂੰ ਹੀ ਲੰਘ ਗਏ ਨੇ। 2-3 ਮਹੀਨੇ ਪਹਿਲਾਂ ਤੁਸੀਂ ਹਾਜ਼ਰ ਕੀਤਾ ਸੀ, ਉਦੋਂ ਦਾ ਹਾਜ਼ਰ ਕੀਤਾ ਪੈਸੇ ਨਹੀਂ ਮਿਲੇ ਤੁਹਾਨੂੰ। ਹੁਣ ਉਧਾਰ ਵੀ ਦਿੱਤਾ ਹੈ ਤੇ ਉਹਦੇ ਤੇ ਵੀ ਤੁਹਾਡਾ ਹੁਣ ਜੇ ਤੁਸੀਂ ਮੂਲ ਤੇ ਵਿਆਜ ਵੀ ਲਾਣ ਦੀ ਬਿਰਤੀ ਰੱਖੋ ਤਾਂ ਵੀ ਵਾਧਾ ਬਣਦਾ ਹੈ। ਦਿਓ ਅੰਨ ਤੇ ਆਨ ਵਿਸਾਲਾ। ਤੁਸੀਂ ਬੜੀ ਘਾਲਣਾ ਘਾਲੀ ਹੈ ਭਾਈ ਗੰਗਾ ਰਾਮ ਜੀ ਕਿ ਤੁਸੀਂ ਲੰਗਰਾਂ ਦੇ ਵਿੱਚ ਆ ਕੇ ਬੜੇ 500 ਮਣ ਅੰਨ ਥੋੜਾ ਨਹੀਂ ਹੁੰਦਾ ਬਾਜਰੇ ਦਾ, ਉਹ ਤੁਸੀਂ ਲਿਆ ਕੇ ਭੇਟਾ ਕੀਤਾ। ਸੁਨ ਦਿਜ ਹੱਥ ਜੋੜ ਕੇ ਬੋਲਾ। ਪੰਜਵੇਂ ਪਾਤਸ਼ਾਹ ਨੇ ਕਿਹਾ ਨਾ ਕਿ ਗੰਗਾ ਰਾਮ ਜੀ ਆਪਣਾ ਮੁੱਲ ਲੈ ਲਓ ਜਿੰਨਾ ਹੈ ਉਸ ਬਾਜਰੇ ਦਾ, ਸਵਾਇਆ ਲੈ ਲਵੋ, 1.25 ਗੁਣਾ ਲੈ ਲਵੋ। ਤੇ ਜਦੋਂ ਮਹਾਰਾਜ ਜੀ ਦੇ ਬਚਨ ਭਾਈ ਗੰਗਾ ਰਾਮ ਜੀ ਨੇ ਸੁਣੇ ਤੇ ਸੁਣ ਕੇ ਬੋਲੇ, ਪ੍ਰਭ ਜੀ
ਮੈਂ ਨਾ ਲਿਓ ਕਛ ਮੋਲਾ। ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਨੂੰ ਨਹੀਂ ਜੇ ਕੋਈ ਮੁੱਲ ਚਾਹੀਦਾ। ਭਾਈ ਗੰਗਾ ਰਾਮ ਜੀ ਕਹਿੰਦੇ ਮਹਾਰਾਜ ਮੈਨੂੰ ਕੋਈ ਮੁੱਲ ਨਹੀਂ ਚਾਹੀਦਾ ਉਸ ਬਾਜਰੇ ਦਾ। ਰਾਵਰ ਕੀ ਸੇਵਾ ਮੈਂ ਕਰੋ। ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਮੈਂ ਤੁਹਾਡੀ ਸੇਵਾ ਕਰਦਾ ਰਵਾਂ। ਇਹ ਤਰਸ ਕਰੋ ਮੇਰੇ ਤੇ, ਇਹ ਦਇਆ ਕਰੋ ਕਿ ਮੈਂ ਤੁਹਾਡੀ ਸੇਵਾ ਵਿੱਚ ਲੱਗਾ ਰਹਾ। ਜਨਮ ਸੁਫਲ ਕੀ ਆਸਾ ਧਰੋ। ਮੇਰੇ ਮਨ ਵਿੱਚ ਇੱਕੋ ਕਾਂਖ ਹੈ ਕਿ ਤੁਹਾਡੇ ਘਰ ਦੀ ਸੇਵਾ ਕਰਦਿਆਂ ਮੇਰਾ ਇਹ ਜਨਮ ਸਫਲ ਹੋ ਜਾਵੇ। ਮਹਾਰਾਜ ਮੈਨੂੰ ਬਾਜਰੇ ਦਾ ਮੁੱਲ ਨਹੀਂ ਚਾਹੀਦਾ। ਪਾਤਸ਼ਾਹ ਮੇਰੇ ਤੇ ਦਇਆ ਕਰੋ ਕਿ ਤੁਹਾਡੀ ਸੇਵਾ ਕਰਾਂ ਤੇ ਤੁਹਾਡੀ ਸੇਵਾ ਕਰਕੇ ਮੇਰਾ ਇਹ ਜਨਮ ਸਫਲ ਹੋ ਜਾਵੇ। ਸਦਨ ਜਾਨ ਕੀ ਨਾਇਨ ਚਾਉ। ਰਹੀ ਗੱਲ ਘਰ ਜਾਣ ਦੀ, ਤੇ ਘਰ ਜਾਣ ਦੀ ਮੈਨੂੰ ਇੱਛਾ ਹੀ ਨਹੀਂ ਰਹੀ। ਮੇਰੇ ਮਨ 'ਚ ਹੁਣ ਕਾਂਖਾ ਹੀ ਨਹੀਂ ਵਾਪਸ ਜਾਣ ਦੀ, ਮੁੜਨ ਦੀ। ਬੈਸ ਬਿਤਾਵੋ ਸੰਗਤ ਮਾਉ। ਮਹਾਰਾਜ ਤੁਹਾਡੀ ਸੰਗਤ ਵਿੱਚ ਬੈਠਾ ਮੈਂ ਆਪਣਾ ਸਮਾਂ ਬਤੀਤ ਕਰੀ ਜਾਵਾਂ। ਤੁਹਾਡੀ ਸੰਗਤ ਕਰਦਿਆਂ ਆਪਣਾ ਜੀਵਨ ਬਸਰ ਕਰਾਂ, ਬਸ ਹੁਣ ਇਹੀ ਕਾਮਨਾ ਹੈ। ਤੁਮ ਤੇ ਪਰੇ ਅਪਰ ਕੋ ਨੀਕਾ। ਮਹਾਰਾਜ ਤੁਹਾਡੇ ਤੋਂ ਪਰੇ ਭਲਾ ਹੋਰ ਕੌਣ ਨੀਕਾ ਭਲਾ ਹੈ ਮੇਰੇ ਵਾਸਤੇ। ਤੁਹਾਡੀ ਸੰਗਤ ਮਿਲੇ, ਤੁਹਾਡੀ ਸੰਗਤ ਵਿੱਚ ਰਹਿ ਕੇ ਤੁਹਾਡੀ ਸੇਵਾ ਮਿਲੇ, ਇਹਦੇ ਤੋਂ ਵੱਧ ਕੀਮਤੀ ਚੀਜ਼ ਕਿਹੜੀ ਆ ਹੋਰ ਜਿਹੜੀ ਮਿਲ ਸਕਦੀ ਹੈ। ਜੈ ਕਲਿਆਣ ਹੋਏ ਹੈ ਜੀ ਕਾ। ਮਹਾਰਾਜ ਤੁਹਾਡੀ ਸੰਗਤ ਦੀ ਸੇਵਾ, ਤੁਹਾਡੀ ਸੇਵਾ ਐਸੀ ਸੇਵਾ ਜਿਹਦੇ ਨਾਲ ਇਸ ਜੀਵ ਦਾ ਕਲਿਆਣ ਹੁੰਦਾ ਹੈ, ਤੇ ਇਹਦੇ ਤੋਂ ਭਲੀ ਦਾਤ ਹੋਰ ਕਿਹੜੀ ਹੋ ਸਕਦੀ ਹੈ। ਮਹਾਰਾਜ ਮੈਨੂੰ ਨਹੀਂ ਕਿਸੇ ਬਾਜਰੇ ਦਾ ਮੁੱਲ ਚਾਹੀਦਾ। ਨੈ ਤੁਮਰੋ ਦਰ ਛੋਰਨ ਕਰੋ। ਮਹਾਰਾਜ ਮੈਂ ਤੁਹਾਡਾ ਦਰ ਨਹੀਂ ਛੱਡ ਕੇ ਜਾਣਾ, ਮੈਂ ਤੁਹਾਡੇ ਚਰਨ ਛੱਡ ਕੇ ਨਹੀਂ ਜਾਣਾ। ਰਾਵਰ ਨਾਮ ਧਿਆਨ ਹੀ ਤਰੋ। ਮਹਾਰਾਜ ਮੈਂ ਹਰ ਵੇਲੇ ਆਪ ਜੀ ਦੇ ਨਾਮ ਦਾ ਹੀ ਧਿਆਨ ਧਾਰਦਾ, ਤੇ ਕਿਰਪਾ ਕਰਿਓ ਅੱਗੇ ਵੀ ਧਾਰਦਾ ਰਵਾਂ। ਆਪ ਜੀ ਦੇ ਨਾਮ ਦਾ ਹੀ ਧਿਆਨ ਧਾਰਦਾ, ਆਪ ਜੀ ਦੇ ਨਾਮ ਦਾ ਹੀ ਆਸਰਾ ਗ੍ਰਹਿਣ ਕਰਦਾ ਹਾਂ। ਸੁਨ ਬੋਲੇ ਸ਼੍ਰੀ ਸਤਿਗੁਰ ਤਬੇ। ਜਦੋਂ ਭਾਈ ਗੰਗਾ ਰਾਮ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਏ। ਦਰਬ ਸਰਬ ਲਿਓ ਦਿਜਬਰ ਅਬੇ। ਮਹਾਰਾਜ ਜੀ ਕਹਿੰਦੇ ਪੰਡਤ ਗੰਗਾ ਰਾਮ ਜੀ ਤੁਸੀਂ ਜਿੰਨੀ ਮਾਇਆ ਬਣਦੀ ਆ ਬਾਜਰੇ ਦੀ ਹੁਣ ਲੈ ਲਵੋ ਸਾਡੇ ਕੋਲੋਂ। ਵਿਸਾਖੀ ਦੇ ਜੋੜ ਮੇਲੇ ਤੇ ਸੰਗਤਾਂ ਵੱਲੋਂ ਬੇਅੰਤ ਮਾਇਆ ਉਤਰੀ ਆ, ਕੋਈ ਕਮੀ ਨਹੀਂ ਗੁਰੂ ਘਰ 'ਚ। ਤੇ ਤੁਸੀਂ ਜਿੰਨਾ ਬਾਜਰਾ ਲਿਆ ਕੇ ਹਾਜ਼ਰ ਕੀਤਾ ਲੰਗਰਾਂ ਚੌਖੇ ਵੇਲੇ, ਤੁਹਾਡੀ ਸੇਵਾ ਸਫਲੀ ਹੈ। ਜਿੰਨਾ ਉਹਦਾ ਮੁੱਲ ਬਣਦਾ ਉਹ ਤੁਸੀਂ ਲੈ ਲਵੋ। ਸੋ ਗ੍ਰਹਿ ਆਪਣੇ ਦਿਓ ਪੁਚਾਏ। ਤੁਸੀਂ ਨਹੀਂ ਜਾਣਾ ਨਾ ਜਾਓ, ਤੇ ਜਿਹੜਾ ਉਹ ਮੁੱਲ ਹੈ ਉਹ ਤਾਂ ਘਰ ਪਹੁੰਚਾਓ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ। ਜਿਹੜਾ ਬਾਜਰੇ ਦਾ ਮੁੱਲ ਹੈ, ਪੈਸੇ ਨੇ, ਉਹ ਲੈ ਕੇ ਸਾਡੇ ਕੋਲੋਂ ਖਜ਼ਾਨੇ ਚੋਂ ਉਹ ਆਪਣੇ ਘਰ ਪਹੁੰਚਦਾ ਕਰ ਦਿਓ। ਕਹਿ ਅਬ ਆਪ ਸੋ ਲਿਓ ਸਿਧਾਏ। ਜਾਓ ਭੇਜ ਦਿਓ ਘਰ, ਜੇ ਆਪ ਜਾਣਾ ਚਾਹੁੰਦੇ ਹੋ ਤੇ ਤੁਸੀਂ ਲੈ ਕੇ ਚਲੇ ਜਾਓ। ਬਹਰੋ ਆਏ ਕਰੋ ਸਰ ਸੇਵਾ। ਇੱਕ ਵੇਰੀ ਘਰ ਜਾ ਕੇ ਤੁਸੀਂ ਉਹ ਮਾਇਆ ਘਰ ਦੇ ਜੀਆਂ ਨੂੰ, ਪਰਿਵਾਰ ਨੂੰ ਦੇ ਆਓ, ਤੇ ਮੁੜ ਕੇ ਫੇਰ ਆ ਜਾਓ ਅੰਮ੍ਰਿਤਸਰ ਸਾਹਿਬ। ਸੇਵਾ ਤਾਂ ਹਾਲੇ ਲੰਮੇ ਸਮੇਂ ਤੱਕ ਚੱਲਣੀ ਹੈ। ਆ ਕੇ ਸਰੋਵਰ ਦੀ ਸੇਵਾ ਜਿੰਨੀ ਮਰਜ਼ੀ ਕਰ ਲਿਓ, ਰੀਝ ਨਾਲ ਕਰ ਲਿਓ। ਬਾਂਛਤ ਪਾਏ ਦਹੀਂ ਗੁਰ ਦੇਵਾ। ਜੋ ਤੁਸੀਂ ਬਾਂਛਤ ਚਾਹੁੰਦੇ ਹੋ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਤੁਹਾਨੂੰ ਮਿਲੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਤੇ ਉਹੀ ਕਿਰਪਾ ਕਰਕੇ ਬਖਸ਼ਿਸ਼ ਕਰਨਗੇ। ਦਿਜ ਕੋ ਦਰਬ ਲੇਤ ਸੋ ਨਾਈ। ਸਤਿਗੁਰੂ ਜੀ ਮਾਇਆ ਦਿੰਦੇ ਨੇ ਤੇ ਪੰਡਤ ਗੰਗਾ ਰਾਮ ਜੀ ਲੈਂਦੇ ਨਹੀਂ ਮਾਇਆ। ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰਾ ਜਨਮ ਸਫਲ ਹੋ ਜਾਏ, ਮੈਨੂੰ ਆਪਣੀ ਸੇਵਾ ਬਖਸ਼ੋ, ਆਪਣੀ ਟਹਿਲ ਬਖਸ਼ੋ। ਉਹ ਇਹ ਮੰਗਣ ਸਤਿਗੁਰੂ ਜੀ ਕਹਿਣ ਵੀ ਮਾਇਆ ਲੈ ਲੈ, ਪਰ ਭਾਈ ਗੰਗਾ ਰਾਮ ਜੀ ਮਾਇਆ ਨਹੀਂ ਲੈਂਦੇ। ਹਮਰੇ ਸਿੱਖ ਦੇਤ ਹਮ ਪਾਈ। ਪਾਤਸ਼ਾਹ ਕਹਿੰਦੇ ਗੰਗਾ ਰਾਮ ਇੱਥੇ ਕੋਈ ਮਾਇਆ ਦੀ ਕਮੀ ਨਹੀਂ ਹੈ। ਸਾਡੇ ਸਿੱਖ ਆਉਂਦੇ ਆ ਸਾਡੇ ਪਾਸ, ਬੇਅੰਤ ਪ੍ਰਕਾਰ ਦੀਆਂ ਪਟਾਵਾਂ ਮਾਇਆ ਲਿਆ ਕੇ ਸਾਡੇ ਕੋਲ ਹਾਜ਼ਰ ਕਰਦੇ ਹਨ। ਸਤਿਗੁਰ ਕੇ ਕਰ ਟੋਟ ਨਾ ਕੋਈ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਕਿਹੜਾ ਕੋਈ ਟੋਟਾ ਆਉਂਦਾ, ਇੱਥੇ ਨਹੀਂ ਕੋਈ ਕਮੀ ਆਉਂਦੀ। ਤੇ ਤੁਸੀਂ ਆ ਕੇ ਜਿਵੇਂ ਲੈ ਕੇ, ਤੁਸੀਂ ਤਾਂ ਪਹਿਲਾਂ ਵੇਚਣ ਦੀ ਮਨਸਾ ਹੀ ਲੈ ਕੇ ਆਏ ਸੀ ਨਾ, ਇਸ ਕਰਕੇ ਤੁਸੀਂ ਧਨ ਲੈ ਲਓ।
ਇੱਥੇ ਕੋਈ ਕਮੀ ਨਹੀਂ, ਸਾਡੇ ਸਿੱਖ ਆ ਕੇ ਸਾਡੇ ਕੋਲ ਹਾਜ਼ਰ ਕਰਦੇ ਹਨ। ਆਮਦ ਖਰਚ ਸਦਾ ਇਮ ਹੋਈ। ਇੱਥੇ ਆਮਦਨ ਖਰਚ ਸਦਾ ਇਦਾਂ ਹੀ ਹਜ਼ਾਰਾਂ ਆਉਂਦਾ, ਹਜ਼ਾਰਾਂ ਅੱਗੇ ਲੱਗਦਾ ਵੀ ਹੈ। ਗੁਰੂ ਕੇ ਸਿੱਖ ਲਿਆ ਕੇ ਹਾਜ਼ਰ ਕਰਦੇ ਨੇ। ਗੁਰੂ ਕੇ ਸਿੱਖਾਂ ਵਾਸਤੇ ਹੀ ਖਰਚ ਹੁੰਦਾ, ਗੁਰੂ ਕੇ ਲੰਗਰ ਵਾਸਤੇ ਹੀ ਖਰਚ ਹੁੰਦਾ। ਗੁਰੂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਦਰਬਾਰ ਦੀਆਂ, ਇੱਥੇ ਗੁਰੂ ਕੀ ਸੰਗਤ ਵਾਸਤੇ ਹੀ ਖਰਚ ਹੋ ਰਿਹਾ ਹੈ। ਇੱਥੇ ਨਿਤ ਹਜ਼ਾਰਾਂ ਆਉਂਦੇ ਨੇ, ਹਜ਼ਾਰਾਂ ਹੀ ਖਰਚ ਹੁੰਦੇ ਹਨ। ਗੰਗਾ ਰਾਮ ਨਮਰੋਏ ਪੰਨਿਓ। ਇਸ ਕਰਕੇ ਤੁਸੀਂ ਆਪਣਾ ਜਿਹੜਾ ਮੁੱਲ ਹੈ ਉਹ ਲੈ ਲਓ। ਇਹ ਸੁਣ ਕੇ ਭਾਈ ਗੰਗਾ ਰਾਮ ਜੀ ਬੜੇ ਬਨਿਮਰ ਭਾਵ ਵਿੱਚ ਆ ਕੇ, ਨੇਤਰਾਂ ਵਿੱਚ ਨੀਰ ਵਗ ਰਿਹਾ ਹੈ, ਗਲਾ ਥੋੜਾ ਜਿਹਾ ਭਾਰਾ ਆਇਆ ਹੈ ਤੇ ਕੰਠ ਦੇ ਵਿੱਚੋਂ ਧੀਮੀ ਜੀ ਆਵਾਜ਼ ਦੇ ਵਿੱਚ ਪਿਆਰੇ ਭਾਈ ਗੰਗਾ ਰਾਮ ਜੀ ਬੋਲੇ, ਮੈਂ ਮਨ ਤੇਰਾ ਵਰ ਸਿੱਖ ਬਨਿਓ। ਕਹਿਣ ਲੱਗੇ ਮਹਾਰਾਜ, ਜੇ ਸਿੱਖ ਤੁਹਾਡੇ ਚਰਨਾਂ 'ਚ ਲਿਆ ਕੇ ਹਜ਼ਾਰਾਂ ਰੁਪਈਆ ਹਾਜ਼ਰ ਕਰਦੇ ਨੇ ਤੇ ਮੈਂ ਵੀ ਤਾਂ ਆਪਣੇ ਮਨ ਵਿੱਚ ਤੁਹਾਡੀ ਸਿੱਖੀ ਧਾਰਨ ਕਰ ਲਈ ਹੈ। ਮੈਂ ਵੀ ਸਿੱਖ ਹਾਂ, ਮੈਨੂੰ ਵੀ ਸਿੱਖਾਂ 'ਚ ਗਿਣੋ, ਮੈਨੂੰ ਸਿੱਖਾਂ ਤੋਂ ਵੱਖਰਾ ਨਾ ਕਰੋ। ਮੈਨੂੰ ਕਿਉਂ ਸਿੱਖਾਂ ਤੋਂ ਵੱਖਰਾ ਕਰਦੇ ਜੇ ਮਹਾਰਾਜ? ਤੇ ਮੈਂ ਵੀ ਤਾਂ ਮੈਂ ਮਨ ਕਰਕੇ ਭਾਵੇਂ ਹਾਲੇ ਤੁਸੀਂ ਮੈਨੂੰ ਸਿੱਖੀ ਦਾ ਦਾਨ ਆਪਣੇ ਚਰਨਾਂ ਵਿੱਚੋਂ ਨਹੀਂ ਦਿੱਤਾ, ਚਰਨ ਪੌਲ ਨਹੀਂ ਦਿੱਤੀ, ਪਰ ਮੈਂ ਮਨ ਕਰਕੇ ਤੁਹਾਡੇ ਚਰਨਾਂ ਦੀ ਸਿੱਖੀ ਧਾਰਨ ਕਰ ਲਈ ਹੈ। ਅਰਪਨ ਕਰਿਓ ਅੰਨ ਮੈਂ ਆਨ। ਇਹ ਅੰਨ ਮੈਂ ਤੁਹਾਡਾ ਸਿੱਖ ਬਣ ਕੇ ਤੁਹਾਡੇ ਲੰਗਰਾਂ ਦੇ ਵਿੱਚ ਭੇਟਾ ਕੀਤਾ। ਕਰਹੁ ਰਾਵਰ ਸੇਵ ਮਹਾਨ। ਤੇ ਮਹਾਰਾਜ ਮੈਂ ਆਪ ਜੀ ਦੀ ਇਹ ਮਹਾਨ ਸੇਵਾ ਭਾਗਾਂ ਨਾਲ ਜਿਹੜੀ ਮਿਲੀ ਹੈ ਉਹ ਕਰ ਰਿਹਾ। ਸਦਨ ਜਾਨ ਕੀ ਚਾਹ ਨ ਮੋਰੇ। ਘਰ ਜਾਣ ਦੀ ਮੈਨੂੰ ਕੋਈ ਕਾਂਖਾ ਨਹੀਂ, ਪਿੱਛੇ ਪਰਿਵਾਰ ਦਾ ਭਲਾ ਗੁਜ਼ਾਰਾ ਹੋ ਰਿਹਾ ਹੈ, ਮੈਨੂੰ ਉੱਥੇ ਜਾਣ ਦੀ ਕੋਈ ਕਾਂਖਾ ਨਹੀਂ। ਨਹੀਂ ਮਨੋਰਥ ਮਨ ਮੈਂ ਓਰੇ। ਮਹਾਰਾਜ ਮੇਰੇ ਮਨ 'ਚ ਕੋਈ ਹੋਰ ਮਨੋਰਥ ਵੀ ਕੋਈ ਨਹੀਂ, ਕੋਈ ਹੋਰ ਕਾਮਨਾ ਵੀ ਕੋਈ ਨਹੀਂ। ਬਸ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦਾ ਸਿੱਖ ਬਣ ਜਾਵਾਂ, ਬਸ ਇਹੀ ਕਾਂਖਾ ਹੈ। ਆਪਣੋ ਸਿੱਖ ਬਨਾਵਨ ਕਰੀਏ। ਗਰੀਬ ਨਵਾਜ ਦਇਆਨਿਧ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ, ਮੈਨੂੰ ਆਪਣਾ ਸਿੱਖ ਬਣਾ ਲਵੋ। ਉਰਤੇ ਪਰਮ ਮੋਹ ਪਰ ਹਰੀਏ। ਔਰ ਮੇਰੇ ਹਿਰਦੇ 'ਚ ਜਿਹੜਾ ਮੋਹ ਹੈ, ਮਮਤਾ ਹੈ, ਉਸ ਮੋਹ ਤੇ ਮਮਤਾ ਦੀ ਬਿਰਤੀ ਨੂੰ ਮੇਰੇ ਹਿਰਦੇ 'ਚੋਂ ਦੂਰ ਕਰ ਦਿਓ। ਦੀਨ ਜਾਨ ਲਿਓ ਆਪਨ ਬਣਾਈ। ਮੈਨੂੰ ਦੀਨ ਨਿਮਾਣਾ ਸੇਵਕ ਜਾਣ ਕੇ ਆਪਣਾ ਬਣਾ ਲਓ ਮਹਾਰਾਜ, ਮੈਨੂੰ ਆਪਣਾ ਕਰ ਲੋ ਮਹਾਰਾਜ, ਆਪਣਾ ਬਣਾ ਲਵੋ। ਪਰਿਓ ਆਨ ਕਰ ਮੈਂ ਸ਼ਰਨਾਈ। ਮੈਂ ਤੁਹਾਡੇ ਚਰਨਾਂ ਦੀ ਸ਼ਰਨ ਆ ਪਿਆ ਗਰੀਬ ਨਵਾਜ, ਤੁਹਾਡੇ ਪਾਵਨ ਚਰਨ ਕਮਲਾਂ ਦੀ ਸ਼ਰਨ ਆ ਪਿਆ ਹਾਂ। ਦੀਨ ਦਿਆਲ ਸ਼ੁਭ ਨਾਮ ਸੁਨਿਓ ਏ। ਮਹਾਰਾਜ ਤੁਹਾਡਾ ਸ਼ੁਭ ਨਾਮ ਸੁਣਿਆ, ਦੀਨ ਦਿਆਲ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਹੋ, ਇਹ ਸ਼ੁਭ ਨਾਮ ਆਪ ਜੀ ਦਾ ਮੈਂ ਸੁਣਿਆ ਹੈ। ਸਿੱਖਨ ਵਤਸ਼ਲ ਬਿਰਦ ਗੁਨਿਓ ਏ। ਮਹਾਰਾਜ ਤੁਸੀਂ ਸਿੱਖਾਂ ਦੇ ਵਤਸ਼ਲ ਪਿਆਰੇ ਹੋ, ਤੁਹਾਡਾ ਬਿਰਦ ਹੈ ਕਿ ਤੁਸੀਂ ਆਪਣੇ ਸਿੱਖਾਂ ਨੂੰ ਬੜਾ ਹੀ ਪਿਆਰ ਕਰਦੇ ਹੋ। ਤੁਹਾਡਾ ਇਹ ਬਿਰਦ ਪ੍ਰਗਟ ਹੈ ਕਿ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਦੇ ਹੋ ਕਿ ਭਾਈ ਲੱਖੂ ਦਾ ਬਚਨ ਪੂਰਾ ਕਰਨ ਵਾਸਤੇ ਆਪਣਾ ਬਚਨ ਪਿੱਛੇ ਹਟਾ ਲਿਆ। ਮਹਾਰਾਜ ਇੰਨਾ ਪਿਆਰ ਕਰਦੇ ਹੋ ਆਪ ਜੀ, ਸਿੱਖਾਂ ਦੇ ਵਤਸ਼ਲੋ, ਸਿੱਖਾਂ ਨੂੰ ਪਿਆਰ ਕਰਦੇ ਹੋ। ਛੋਰੋ ਨਹੀਂ ਆਸਰੋ ਰਾਵਰ। ਮਹਾਰਾਜ ਮੈਂ ਤੁਹਾਡੇ ਚਰਨ ਕਮਲਾਂ ਦਾ ਆਸਰਾ ਨਹੀਂ ਤਿਆਗਣਾ, ਤੁਹਾਡੇ ਚਰਨ ਕਮਲਾਂ ਦੀ ਪ੍ਰੀਤ ਮੈਂ ਆਪਣੇ ਹਿਰਦੇ 'ਚੋਂ ਨਹੀਂ ਤਿਆਗਣੀ। ਤਜੇ ਜੇ ਅਪਰ ਗਿਨੇ ਕੇ ਬਾਵਰ। ਮਹਾਰਾਜ ਜਿਹੜਾ ਆਪ ਜੀ ਦੇ ਆਪ ਜੈਸੇ ਸਤਿਪੁਰਖਾਂ ਦੇ ਚਰਨਾਂ ਨੂੰ ਤਿਆਗੇ, ਉਹਦੇ ਵਰਗਾ ਤਾਂ ਦੁਨੀਆ 'ਚ ਕੋਈ ਬਾਵਰਾ ਤੇ ਪਾਗਲ ਨਹੀਂ ਹੋਣਾ। ਉਹ ਤਾਂ ਬਾਵਰਾ ਹੋਵੇਗਾ ਜਿਹੜਾ ਆਪ ਜੈਸੇ ਸਤਿਗੁਰਾਂ ਦਾ ਸੰਗ ਤਿਆਗ ਦੇਵੇ, ਚਰਨਾਂ ਨੂੰ ਤਿਆਗ ਦੇਵੇ। ਕਰ ਨਿਸ਼ਚੇ ਮੈਂ ਗਹਿਓ ਅਲੰਬ। ਮਹਾਰਾਜ ਤੁਹਾਡੇ ਚਰਨਾਂ ਤੇ ਪਰਪੱਕ ਨਿਸ਼ਚਾ ਧਾਰਨ ਕਰਕੇ ਮੈਂ ਆਪ ਜੀ ਦੇ ਚਰਨ ਕਮਲਾਂ ਦਾ ਆਸਰਾ ਗ੍ਰਹਿਣ ਕਰ ਲਿਆ। ਬੈਠਿਓ ਤਜ ਕੈ ਸਰਬ ਕੁਟੰਬ। ਮੈਂ ਆਪਣਾ ਸਾਰਾ ਕੁਟੰਬ ਪਰਿਵਾਰ ਛੱਡ ਕੇ ਤੁਹਾਡੇ ਚਰਨਾਂ ਦੀ ਟੇਕ ਧਾਰਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਆ ਬੈਠਾ ਹਾਂ ਮਹਾਰਾਜ।
ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੀ ਸਿੱਖੀ ਬਖਸ਼ੋ ਗਰੀਬ ਨਵਾਜ। नहीं प्रीत अब किसके साथ, ਹੁਣ ਤੁਹਾਡੇ ਬਿਨਾ ਮੇਰੇ ਹਿਰਦੇ 'ਚ ਹੋਰ ਕਿਸੇ ਦੀ ਕੋਈ ਪ੍ਰੀਤ ਜਾਗਦੀ ਨਹੀਂ, ਕਿਸੇ ਹੋਰ ਦਾ ਖਿਆਲ, ਹੋਰ ਦਾ ਫੁਰਨਾ ਆਉਂਦਾ ਹੀ ਨਹੀਂ ਮਹਾਰਾਜ। ਹੁਣ ਹਰ ਵੇਲੇ ਆਪ ਜੀ ਦੇ ਚਰਨਾਂ ਦਾ ਹੀ ਧਿਆਨ, ਆਪ ਜੀ ਦੇ ਚਰਨਾਂ ਦੀ ਹੀ ਪ੍ਰੀਤ ਮੇਰੇ ਹਿਰਦੇ 'ਚ ਬਣ ਆਈ ਹੈ। करियो खोज मैं तुमको नाथ, ਇਹ ਜਗਤ ਨਾਥ ਖੋਜਦਿਆਂ ਖੋਜਦਿਆਂ ਮੈਨੂੰ ਆਪ ਜੀ ਮਿਲੇ ਹੋ, ਖੋਜਦਿਆਂ ਖੋਜਦਿਆਂ ਆਪ ਜੈਸਾ ਅੰਮ੍ਰਿਤ ਸਰੂਪ ਮੈਨੂੰ ਪ੍ਰਾਪਤ ਹੋਇਆ ਹੈ। अस दृढ़ निश्चा दिज को देख, ਜਦੋਂ ਪੰਜਵੇਂ ਪਾਤਸ਼ਾਹ ਨੇ ਵੇਖਿਆ ਕਿ ਪੰਡਿਤ ਗੰਗਾ ਰਾਮ ਜੀ ਦਾ ਹਿਰਦਾ ਬੜਾ ਪਰਪੱਕ ਹੈ, ਦ੍ਰਿੜ ਨਿਸ਼ਚਾ, ਦ੍ਰਿੜ ਭਰੋਸਾ ਹੈ। श्री अर्जन कर कृपा विशेख, ਮਹਾਨ ਕਿਰਪਾ ਦੇ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਤੇ ਕਿਰਪਾ ਕਰਦਿਆਂ ਕਹਿਣ ਲੱਗੇ, निर्मल जल ते चरण पखारे, ਗੁਰਦੇਵ ਨੇ ਇਸ਼ਾਰਾ ਕੀਤਾ, ਸੇਵਾਦਾਰ ਜਲ ਲੈ ਕੇ ਆਏ। ਸਤਿਗੁਰੂ ਜੀ ਦੇ ਚਰਨ ਨਿਰਮਲ ਤੇ ਪਵਿੱਤਰ ਜਲ, ਸਾਫ਼ ਜਲ ਨਾਲ ਮਹਾਰਾਜ ਜੀ ਦੇ ਚਰਨ ਧੋਏ ਹਨ। पाउल दई संदेह निवारे, ਔਰ ਪਾਤਸ਼ਾਹ ਨੇ ਆਪਣੇ ਚਰਨਾਂ ਦੀ ਪੌਲ ਉਹ ਭਾਈ ਗੰਗਾ ਰਾਮ ਜੀ ਨੂੰ ਦਿੱਤੀ ਹੈ, ਔਰ ਇਹਨਾਂ ਦੇ ਮਨ ਦੇ ਸਾਰੇ ਸੰਦੇਹ ਸਤਿਗੁਰੂ ਜੀ ਨੇ ਨਿਵਾਰੇ ਨੇ, ਦੂਰ ਕੀਤੇ ਨੇ, ਚਰਨਾਂ ਦੀ ਪੌਲ ਦੇ ਕੇ ਸਿੱਖ ਬਣਾਇਆ ਹੈ। अपनी सेवा बिखे लगायो, ਔਰ ਭਾਈ ਗੰਗਾ ਰਾਮ ਜੀ ਨੂੰ ਆਪਣੀ ਸੇਵਾ ਚ ਲਾਇਆ ਹੈ। ਆਖਿਆ ਭਾਈ ਗੰਗਾ ਰਾਮ ਜੀ ਰਜ ਰਜ ਸੇਵਾ ਕਰੋ ਗੁਰੂ ਘਰ ਦੀ, ਰਜ ਰਜ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲਵੋ। ਭਾਈ ਗੰਗਾ ਰਾਮ ਜੀ ਨੂੰ ਆਪਣੀ ਸੇਵਾ ਵਿੱਚ ਸਤਿਗੁਰੂ ਜੀ ਨੇ ਲਾਇਆ ਹੈ। मोख करन को सिख बनायो, ਮੁਕਤ ਕਰਨ ਵਾਸਤੇ ਗੁਰਦੇਵ ਨੇ ਭਾਈ ਗੰਗਾ ਰਾਮ ਜੀ ਨੂੰ ਆਪਣਾ ਸਿੱਖ ਬਣਾਇਆ ਹੈ, ਚਰਨ ਪੌਲ ਦੇ ਕੇ ਸਿੱਖੀ ਦਾ ਦਾਨ ਦਿੱਤਾ ਹੈ। और आनंद लै सेवा लागेओ, ਵਿੱਚ ਪਰਮ ਆਨੰਦ ਨੂੰ ਪ੍ਰਾਪਤ ਕਰਕੇ ਭਾਈ ਗੰਗਾ ਰਾਮ ਜੀ ਸਤਿਗੁਰਾਂ ਦੀ ਸੇਵਾ 'ਚ ਲੱਗ ਗਏ, ਗੁਰੂ ਘਰ ਦੀ ਸੇਵਾ ਵਿੱਚ ਜੁੜ ਗਏ। पूरब भाग पाल पर जागेओ, ਪੂਰਬਲੇ ਜਨਮਾਂ ਦੇ ਕੀਤੇ ਭਾਗ, ਚੰਗੇ ਕਰਮ ਉਹ ਭਾਈ ਗੰਗਾ ਰਾਮ ਜੀ ਦੇ ਮੱਥੇ ਤੇ ਜਾਗ ਪਏ। दिन प्रतिकार करते ज्यों ज्यों, ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਗੁਰੂ ਘਰ ਦੀ ਸੇਵਾ ਕਰਦੇ ਭਾਈ ਗੰਗਾ ਰਾਮ ਜੀ, ਕਦੇ ਟੋਕਰੀ ਢੋਣ ਦੀ ਸੇਵਾ ਕਰਦੇ, ਕਦੇ ਇੱਟਾਂ ਪਕਾਉਣ ਦੀ ਸੇਵਾ ਕਰਦੇ, ਜਿੰਨੀਆਂ ਵੀ ਸੇਵਾਵਾਂ, ਜਿੱਥੇ ਕੋਈ ਸੇਵਾ ਦੀ ਲੋੜ ਹੋਣੀ, ਰਾਤ ਦਿਨ ਇੱਕ ਕਰਕੇ ਸੇਵਾ ਕਰੀ ਜਾਂਦੇ ਹਨ। और निर्मल दिज होवे त्यों त्यों, ਜਿਵੇਂ ਜਿਵੇਂ ਸੇਵਾ ਕਰਦੇ ਨੇ ਤਿਵੇਂ ਤਿਵੇਂ ਹਿਰਦਾ ਨਿਰਮਲ ਹੁੰਦਾ ਹੈ। ਖਾਲਸਾ ਜੀ ਸੇਵਾ ਦਾ ਇਹੀ ਭਾਵ ਹੈ, ਜਿਵੇਂ ਜਿਵੇਂ ਸੇਵਾ ਕਰੀਏ ਤਿਵੇਂ ਤਿਵੇਂ ਹਿਰਦਾ ਸ਼ੁੱਧ ਹੁੰਦਾ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਸਰਬ ਲੋਹ ਦੇ ਬਾਟੇ ਮਾਂਜਦੇ, ਕਹਿੰਦੇ ਬਾਟੇ ਮਾਂਜ ਕੇ ਉਹਨਾਂ ਨੂੰ ਸ਼ੁੱਧ ਕਰਕੇ ਆਪਣਾ ਚਿਹਰਾ ਵਿੱਚ ਵੇਖਦੇ, ਤੇ ਕਿਸੇ ਨੇ ਪੁੱਛਣਾ ਬਾਬਾ ਜੀ ਇਹ ਕੀ ਕਰਦੇ ਜੇ? ਕਹਿੰਦੇ ਜਿੰਨੇ ਸ਼ੁੱਧ ਹੋਣਗੇ ਸੇਵਾ ਕਰਕੇ ਓਨਾ ਹੀ ਹਿਰਦਾ ਸ਼ੁੱਧ ਹੋਵੇਗਾ। ਜੇ ਇਹਦੇ 'ਚ ਸ਼ਕਲ ਦਿਸਣ ਲੱਗ ਪਈ ਤੇ ਹਿਰਦੇ 'ਚ ਪ੍ਰਮਾਤਮਾ ਦਾ ਸਰੂਪ ਦਿਸਣ ਲੱਗ ਪਊ, ਯਾਨੀ ਕਿ ਸੇਵਾ ਕਰਦਿਆਂ ਕਰਦਿਆਂ ਹਿਰਦਾ ਸ਼ੁੱਧ ਹੁੰਦਾ। ਭਾਈ ਗੰਗਾ ਰਾਮ ਜੀ ਸੇਵਾ ਕਰਦੇ, ਰਾਤ ਦਿਨ ਸੇਵਾ 'ਚ ਲੱਗੇ ਰਹਿੰਦੇ, ਤੇ ਸੇਵਾ ਕਰਦਿਆਂ ਕਰਦਿਆਂ ਜਿਵੇਂ ਜਿਵੇਂ ਸੇਵਾ ਕਰਦੇ ਹਿਰਦਾ ਨਿਰਮਲ ਹੋ ਰਿਹਾ ਹੈ। कीतक काल रियो जब पास, ਇਸੇ ਤਰ੍ਹਾਂ ਕੁਝ ਦਿਨ ਭਾਈ ਗੰਗਾ ਰਾਮ ਜੀ ਗੁਰੂ ਘਰ ਵਿੱਚ ਹੀ ਰਹੇ, ਕਈ ਮਹੀਨੇ ਇਸੇ ਤਰ੍ਹਾਂ ਸੇਵਾ ਕਰਦੇ ਰਹੇ। श्री अर्जन कर कृपा प्रकाश, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਿਵੇਂ ਜਿਵੇਂ ਭਾਈ ਗੰਗਾ ਰਾਮ ਜੀ ਸੇਵਾ ਟਹਿਲ ਕਰਦੇ, ਪ੍ਰੇਮ ਕਰਦੇ, ਸਤਿਗੁਰੂ ਜੀ ਤਿਵੇਂ ਤਿਵੇਂ ਤਿਨਾਂ ਤੇ ਆਪਣੀ ਦਇਆ ਕਰਦੇ, ਆਪਣੀ ਕਿਰਪਾ ਦਾ ਪ੍ਰਕਾਸ਼ ਕਰਦੇ ਹਨ। एक दिन शुभ उपदेश बतायो, ਖਾਲਸਾ ਜੀ ਇੱਕ ਦਿਨ ਭਾਈ ਗੰਗਾ ਰਾਮ ਜੀ ਨੂੰ ਆਪਣੇ ਕੋਲ ਸੱਦ ਲਿਆ। ਜਦੋਂ ਵੇਖਿਆ ਵੀ ਹੁਣ ਭਾਂਡਾ ਤਿਆਰ ਹੈ ਤੇ ਵਿੱਚ ਵਸਤੂ ਪਾ ਦਈਏ, ਭਾਈ ਗੰਗਾ ਰਾਮ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ। सतनाम सिमरन लिव लायो, ਔਰ ਸੱਚੇ ਨਾਮ ਦੇ ਸਿਮਰਨ ਵਿੱਚ ਲਿਵ ਲਾ ਦਿੱਤੀ ਭਾਈ ਗੰਗਾ ਰਾਮ ਜੀ ਦੇ। ਹੁਣ ਸੇਵਾ ਨਾਲ ਸਿਮਰਨ ਕਰੀ ਜਾਂਦੇ ਹਨ। सिद्धा आन खरी कर जोर, ਹੁਣ ਸੇਵਾ ਤੇ ਸਿਮਰਨ
ਜਦੋਂ ਦੋਵੇਂ ਦਾਤਾਂ 'ਚ ਦ੍ਰਿੜ ਹੋ ਗਏ ਤੇ ਸੇਵਾ ਸਿਮਰਨ ਕਰਦਿਆਂ ਕਰਦਿਆਂ ਭਾਈ ਗੰਗਾ ਰਾਮ ਜੀ ਦੇ ਸਨਮੁਖ ਰਿੱਧੀਆਂ ਸਿੱਧੀਆਂ ਆਣ ਖਲੋਤੀਆਂ, ਕਿਉਂਕਿ ਰਿੱਧ ਸਿੱਧ ਸਭ ਨਾਵੇਂ ਕੀ ਦਾਸੀ। ਜਿੱਥੇ ਭਜਨ ਹੁੰਦਾ ਉੱਥੇ ਆਪੇ ਹਾਜ਼ਰ ਹੋ ਜਾਂਦੀਆਂ। ਕਹਿੰਦੇ ਸਿੱਧੀਆਂ ਜਿਹੜੀਆਂ ਸਨ ਉਹ ਭਾਈ ਗੰਗਾ ਰਾਮ ਜੀ ਦੇ ਸਨਮੁਖ ਆਣ ਖਲੋਤੀਆਂ। ਪਇਓ ਸਿੱਧ ਸਤਿਗੁਰ ਕੇ ਜੋਰ, ਸਤਿਗੁਰੂ ਜੀ ਦੇ ਜ਼ੋਰ ਨਾਲ, ਸਤਿਗੁਰੂ ਜੀ ਦੇ ਬਲ ਨਾਲ ਭਾਈ ਗੰਗਾ ਰਾਮ ਜੀ ਸਿੱਧ ਪੁਰਸ਼ ਬਣ ਗਏ, ਸਿੱਧ ਪੁਰਸ਼ ਹੋ ਗਏ ਗੁਰੂ ਸਾਹਿਬ ਦੇ ਬਲ ਨਾਲ। ਹਾਂਜੀ, ਸ਼੍ਰੀ ਅੰਮ੍ਰਿਤ ਸਰਕਾਰ ਕਰੰਤਾ, ਔਰ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਭਾਈ ਸਾਹਿਬ ਭਾਈ ਗੰਗਾ ਰਾਮ ਜੀ ਕਰਦੇ ਹਨ। ਪਇਓ ਵਿਸਾਲੈ ਸ਼ਕਤ ਤਰੰਤਾ, ਸੇਵਾ ਕਰਦਿਆਂ ਕਰਦਿਆਂ ਵਿਸਾਲ ਬੇਅੰਤ ਸ਼ਕਤੀਆਂ ਦੇ ਮਾਲਕ ਹੋ ਗਏ। ਅਣਗਿਣਤ ਸ਼ਕਤੀਆਂ ਭਾਈ ਗੰਗਾ ਰਾਮ ਜੀ ਦੇ ਕੋਲ ਆ ਪਹੁੰਚੀਆਂ। ਪੁਨ ਸ਼੍ਰੀ ਗੁਰ ਨੇ ਰੁਖਸਦ ਕਰਿਓ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਤਰਸ ਕੀਤਾ, ਦਇਆ ਕੀਤੀ, ਆਖਿਆ ਭਾਈ ਗੰਗਾ ਰਾਮ ਜੀ ਤੁਹਾਡੀ ਸੇਵਾ ਸਫਲੀ ਹੋ ਗਈ ਹੈ, ਸੰਪੰਨ ਹੋ ਗਈ ਹੈ, ਤੁਸੀਂ ਹੁਣ ਵਿਦਾ ਹੋਵੋ ਔਰ ਜਾ ਕੇ ਮਾਲਵੇ ਦੇ ਇਲਾਕੇ 'ਚ, ਬਠਿੰਡੇ ਦੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰੋ। ਹਾਂਜੀ, ਮਾਨ ਹੁਕਮ ਪਦ ਪਰ ਸਿਰ ਧਰਿਓ, ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਭਾਈ ਗੰਗਾ ਰਾਮ ਜੀ ਨੇ ਗੁਰੂ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਨਗਰ ਬਠਿੰਡੇ ਕੋ ਚਲ ਆਇਓ, ਆਪਣੇ ਨਗਰ ਬਠਿੰਡੇ ਵਿੱਚ ਭਾਈ ਗੰਗਾ ਰਾਮ ਜੀ ਵਾਪਸ ਆ ਗਏ। ਪਇਓ ਮਸਤ ਮਨ ਭਰਮ ਮਿਟਾਇਓ, ਔਰ ਗੁਰੂ ਸਾਹਿਬ ਜੀ ਦੀ ਸੇਵਾ ਕਰਦਿਆਂ ਮਸਤ ਹੋ ਗਏ, ਔਰ ਸੇਵਾ ਕਰਦਿਆਂ ਕਰਦਿਆਂ ਐਸੇ ਮਸਤ ਹੋਏ ਕਿ ਮਨ ਦਾ ਜਿਤਨਾ ਭਰਮ ਸੀ ਉਹ ਨਿਵਾਰ ਦਿੱਤਾ। ਉਤਰਿਓ ਰੰਗ ਹੁਤੋ ਜਗ ਕਾਚੋ, ਜਿਹੜੇ ਜਗਤ ਦੇ ਕੱਚੇ ਰੰਗ ਸੀ ਨਾ ਉਹ ਕੱਚਾ ਰੰਗ ਲੱਥ ਗਿਆ। ਜਿਹੜਾ ਮਜੀਠਾ ਰੰਗ ਹੁੰਦਾ ਨਾ, ਮਜੀਠਾ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨ ਡੀਠ। ਜੇ ਰੰਗਣ ਵਾਲਾ ਰੰਗੇ ਤੇ ਫਿਰ ਐਸਾ ਰੰਗ ਰੰਗ ਦਿੰਦੇ ਆ, ਮਜੀਠਾ ਰੰਗ। ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾਉ ਮਜੀਠ। ਉਸ ਮਜੀਠੇ ਰੰਗ ਵਿੱਚ ਭਾਈ ਗੰਗਾ ਰਾਮ ਜੀ ਰੰਗੇ ਗਏ, ਔਰ ਜਿਹੜੇ ਦੁਨੀਆ ਦੇ ਕੱਚੇ ਰੰਗ ਸਨ ਉਹ ਲੱਥ ਗਏ। ਸਤਨਾਮ ਰਾਚਿਓ ਰੰਗ ਸਾਚੋ, ਜਿਹੜਾ ਸੱਚਾ ਰੰਗ ਹੈ ਸੱਚੇ ਨਾਮ ਦਾ, ਉਸ ਸੱਚੇ ਨਾਮ ਦੇ ਸੱਚੇ ਰੰਗ ਦੇ ਵਿੱਚ ਭਾਈ ਸਾਹਿਬ ਭਾਈ ਗੰਗਾ ਰਾਮ ਜੀ ਰੰਗੇ ਗਏ। ਹੀਰ ਲੋਕ ਮਨ ਬਿਸਮਤ ਹੋਏ, ਭਾਈ ਗੰਗਾ ਰਾਮ ਜੀ ਦੀ ਇਹ ਘਾਲਣਾ, ਉਹਨਾਂ ਦੀ ਸੇਵਾ ਸਿਮਰਨ ਵੇਖ ਕੇ ਜਿਹੜੇ ਇਲਾਕੇ ਦੇ ਲੋਕ ਸਨ ਉਹ ਵੀ ਬਿਸਮਤ ਹਨ। ਬਿਸਮਤ ਕਹੀਏ ਹੈਰਾਨ ਤੇ ਅਸਚਰਜ ਹਨ। ਕਰਤ ਅਦਾਬ ਅਧਿਕ ਸਭ ਕੋਏ, ਬਠਿੰਡੇ ਦੇ ਇਲਾਕੇ 'ਚ ਜਿੰਨੇ ਲੋਕ ਨੇ ਨੇੜੇ ਤੇੜੇ ਨਗਰਾਂ ਪਿੰਡਾਂ ਸ਼ਹਿਰਾਂ ਦੇ, ਉਹ ਭਾਈ ਗੰਗਾ ਰਾਮ ਜੀ ਦਾ ਬਹੁਤ ਅਦਬ ਕਰਦੇ, ਬਹੁਤ ਹੀ ਸਤਿਕਾਰ ਕਰਨ ਲੱਗ ਪਏ। ਵਹਿਰ ਨਗਰ ਤੇ ਬੈਠਿਓ ਰਹੇ, ਭਾਈ ਗੰਗਾ ਰਾਮ ਜੀ ਬਠਿੰਡੇ ਨਗਰ ਤੋਂ ਬਾਹਰ ਆ ਜਾਂਦੇ। ਬਾਹਰ ਜਿੱਥੇ ਇਕਾਂਤ ਹੁੰਦਾ ਹੈ ਉੱਥੇ ਇਕਾਂਤ ਵਿੱਚ ਆ ਕੇ ਭਾਈ ਸਾਹਿਬ ਜੀ ਬੈਠੇ ਰਹਿੰਦੇ ਹਨ। ਪੁਰੇ ਬਚਨ ਜੈਸੋ ਕਿਸ ਕਏ, ਜਿਹੜਾ ਬਚਨ ਕਰ ਦਿੰਦੇ ਨੇ ਉਹ ਸਿੱਧ ਹੋ ਜਾਂਦਾ, ਕਿਉਂਕਿ ਸਿੱਧ ਪੁਰਖ ਹੋ ਗਏ ਨੇ ਨਾ। ਸਿੱਧ ਪੁਰਖ ਦੀ ਨਿਸ਼ਾਨੀ ਇਹ ਹੈ ਵੀ ਜਿਹੜਾ ਬਚਨ ਕਰੇ ਉਹ ਸਿੱਧ ਹੋ ਜਾਂਦਾ। ਜਿਹੜਾ ਉਹ ਬਚਨ ਕਰੇ ਨਿਰੰਕਾਰ ਦੇ ਘਰ ਤੱਕ ਪ੍ਰਵਾਨ ਹੁੰਦਾ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇੱਥੇ ਵੀ ਉੱਥੇ ਵੀ ਭਾਈ ਗੰਗਾ ਰਾਮ ਜੀ ਜਿਹੜਾ ਬਚਨ ਕਰ ਦਿੰਦੇ ਨੇ ਉਹ ਸਿੱਧ ਹੋ ਜਾਂਦਾ, ਪੂਰਾ ਹੋ ਜਾਂਦਾ। ਪ੍ਰੋਹਤ ਧਰਮ ਛੋਰ ਲਿਖ ਦੀਨੋ, ਭਾਈ ਸਾਹਿਬ ਬ੍ਰਾਹਮਣ ਸੀ ਭਾਈ ਗੰਗਾ ਰਾਮ ਜੀ, ਇਸ ਕਰਕੇ ਬਠਿੰਡੇ ਨਗਰ ਦੇ ਪ੍ਰੋਹਿਤ ਵੀ ਸੀ, ਬਹੁਤ ਸਾਰੇ ਕੁਲਾਂ ਦੇ ਪ੍ਰੋਹਿਤ ਸੀ। ਭਾਈ ਸਾਹਿਬ ਨੇ ਲਿਖ ਕੇ ਦੇ ਦਿੱਤਾ ਵੀ ਮੈਂ ਇਸ ਨਗਰ ਦੀ ਪ੍ਰੋਤੀ ਛੱਡੀ, ਵੀ ਕਿਸੇ ਹੋਰ ਨੂੰ ਪ੍ਰੋਹਤ ਬਣਾ ਦਿਓ, ਕਿਉਂਕਿ ਮੈਂ ਹੁਣ ਗੁਰੂ ਕਾ ਸਿੱਖ ਹੋ ਗਿਆ। ਮੈਂ ਇਹ ਜਜਮਾਨ ਬਣਾਉਣੇ, ਉਹਨਾਂ ਦੀਆਂ ਜਾ ਕੇ ਜਨਮ ਪੱਤਰੀਆਂ ਬਣਾਉਣੀਆਂ, ਇਹ ਦੂਜੇ ਤੀਜੇ ਕੰਮ ਹੁਣ ਮੇਰੇ ਨਹੀਂ ਹਨ। ਇਹ ਪ੍ਰੋਤੀ ਮੈਂ ਛੱਡੀ, ਲਿਖ ਕੇ ਦੇ ਦਿੱਤਾ, ਲਿਖਤ ਕਰਕੇ ਭਾਈ ਗੰਗਾ ਰਾਮ ਜੀ ਨੇ ਜੀ। ਅਪਰ ਵਿਪਰ ਕੋ ਤਿਸ ਮੈਂ ਕੀਨੋ, ਔਰ ਲਿਖਤ ਕਰਕੇ ਸ਼ਹਿਰ ਦਾ ਕੋਈ ਹੋਰ ਪੰਡਤ ਸੀ, ਆਖਿਆ ਵੀ ਇਹਨੂੰ ਬਣਾ ਦਿਓ ਪ੍ਰੋਹਿਤ।
ਉਹਨੂੰ ਲਿਖਤ ਕਰਕੇ ਦੇ ਦਿੱਤੀ ਵੀ ਮੇਰੀ ਪ੍ਰੋਤੀ ਜਿਹੜੀ ਆ ਉਹ ਤੂੰ ਸਾਂਭਣੀ ਹੈ। ਨਿਜ ਪੁੱਤਰਨ ਤੇ ਦਿਓ ਛੁਟਾਈ, ਆਪਣੇ ਪੁੱਤਰਾਂ ਤੋਂ ਵੀ ਛੁਡਾ ਦਿੱਤੀ। ਆਪਣੇ ਬੱਚਿਆਂ ਨੂੰ ਕਿਹਾ ਵੀ ਤੁਸੀਂ ਵੀ ਇਹ ਕੰਮ ਨਹੀਂ ਕਰਨਾ, ਹੁਣ ਕਿਰਤ ਕਰਨੀ ਆ, ਗੁਰੂ ਕੇ ਸਿੱਖੋ ਤੇ ਸਿੱਖੀ ਧਰਮ ਨਿਭਾਉਣਾ ਹੈ। ਕੇਵਲ ਸਤ ਨਾਮ ਲਿਵ ਲਾਈ, ਔਰ ਕੇਵਲ ਸੱਚੇ ਨਾਮ ਦੇ ਵਿੱਚ ਆਪ ਵੀ ਲਿਵ ਲਾਈ ਔਰ ਆਪਣੇ ਬੱਚਿਆਂ ਨੂੰ ਵੀ ਪਰਮੇਸ਼ਰ ਦੇ ਭਜਨ ਨਾਲ ਜੋੜਿਆ। ਤਹਾਂ ਰਹਿਤ ਖੱਤਰੀ ਜੁਗ ਭਰਾਤਾ। ਹੁਣ ਖਾਲਸਾ ਜੀ ਇੱਕ ਮਹਾਨ ਗੁਰੂ ਕੇ ਸਿੱਖ ਦਾ ਜ਼ਿਕਰ ਆਉਣ ਲੱਗਾ ਹੈ, ਜਿਨ੍ਹਾਂ ਦਾ ਨਾਮ ਹੈ ਬਾਬਾ ਮੂਲ ਚੰਦ ਸਾਹਿਬ। ਮਹਾਨ ਗੁਰੂ ਕੇ ਸਿੱਖ ਕਹਿੰਦੇ ਬਠਿੰਡੇ ਨਗਰ ਦੇ ਵਿੱਚ ਹੀ ਦੋ ਖੱਤਰੀ ਵਰਣ ਦੇ ਖੱਤਰੀ ਭਰਾ ਰਹਿੰਦੇ ਸਨ। ਹਾਂਜੀ, ਧਨੀ ਅਧਿਕ ਜਗ ਮੈਂ ਬਖਿਆਤਾ। ਦੋਵੇਂ ਬੜੇ ਧਨੀ ਸੀ, ਜਗਤ ਵਿੱਚ ਬੜੇ ਧਨਵਾਨ ਸੀ, ਸ਼ਾਹੂਕਾਰ ਸਨ। ਜੇ ਛਟ ਬਿਧੀ ਚੰਦ ਨਾਮੋ, ਜਿਨ੍ਹਾਂ ਵਿੱਚ ਦੋ ਭਰਾ ਸੀ, ਵੱਡੇ ਦਾ ਨਾਮ ਸੀ ਬਿਧੀ ਚੰਦ। ਇੱਕ ਤਾਂ ਖਾਲਸਾ ਜੀ ਬਾਬਾ ਬਿਧੀ ਚੰਦ 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਨੇ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਬਿਧੀ ਚੰਦ ਬਠਿੰਡੇ ਨਗਰ ਦੇ ਰਹਿਣ ਵਾਲੇ ਸਨ। ਵੱਡੇ ਦਾ ਨਾਮ ਬਿਧੀ ਚੰਦ ਹੈ। ਸਿੱਧੀ ਚੰਦ ਛੋਟੇ ਤੈ ਤਾਮੋ, ਔਰ ਛੋਟੇ ਦਾ ਨਾਮ ਸੀ ਭਾਈ ਸਿੱਧੀ ਚੰਦ। ਇਹ ਦੋ ਭਰਾ ਸੀ, ਖੱਤਰੀ ਵਰਣ ਦੇ ਸੀ। ਵੱਡੇ ਦਾ ਨਾਮ ਬਿਧੀ ਚੰਦ ਹੈ ਤੇ ਛੋਟੇ ਦਾ ਨਾਮ ਸਿੱਧੀ ਚੰਦ ਹੈ। ਲਗੂ ਨੇ ਸੇਵਾ ਤਿਸ ਕੀ ਠਾਨੀ, ਜਿਹੜਾ ਛੋਟਾ ਭਰਾ ਸੀ ਸਿੱਧੀ ਚੰਦ, ਉਹਨੇ ਬੜੀ ਸੇਵਾ ਕੀਤੀ ਭਾਈ ਗੰਗਾ ਰਾਮ ਜੀ ਦੀ ਬਠਿੰਡੇ ਨਗਰ 'ਚ। ਜਦੋਂ ਭਾਈ ਸਾਹਿਬ ਨੇ ਜਿੱਥੇ ਵੀ ਬੈਠਣਾ ਇਹਨੇ ਕੋਲ ਚਲੇ ਜਾਣਾ, ਸੇਵਾ ਵਾਸਤੇ ਹਾਜ਼ਰ ਰਹਿਣਾ। ਭਾਈ ਸਿੱਧੀ ਚੰਦ ਨੇ ਬਾਬਾ ਗੰਗਾ ਰਾਮ ਜੀ ਦੀ, ਭਾਈ ਗੰਗਾ ਰਾਮ ਜੀ ਦੀ ਬਹੁਤ ਸੇਵਾ ਕੀਤੀ। ਖਾਨ ਪਾਨ ਦੇ ਆਇਸ ਮਾਨੀ, ਭਾਈ ਗੰਗਾ ਰਾਮ ਜੀ ਦੇ ਪ੍ਰਸ਼ਾਦੇ ਦੀ ਸੇਵਾ, ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ, ਟਹਿਲ ਕਰਨੀ, ਉਹਨਾਂ ਦੇ ਬਸਤਰ ਧੋਣ ਦੀ ਸੇਵਾ, ਉਹ ਭਾਈ ਸਿੱਧੀ ਚੰਦ ਨੇ ਕਰਨੀ। ਬੜੀ ਸੇਵਾ ਕੀਤੀ। ਮਹਾਂਪੁਰਖ ਸਨ ਭਾਈ ਗੰਗਾ ਰਾਮ ਜੀ, ਭਜਨੀਕ ਸਨ। ਨਗਰ ਤੋਂ ਬਾਹਰ ਆ ਕੇ ਸੰਗਰੂਰ ਵੀ ਇਹਨਾਂ ਦਾ ਇਲਾਕਾ, ਉੱਥੇ ਵੀ ਚਰਨ ਪਾਏ ਭਾਈ ਗੰਗਾ ਰਾਮ ਜੀ ਨੇ। ਬਠਿੰਡੇ ਵੀ ਰਹੇ, ਉੱਥੋਂ ਦੇ ਰਹਿਣ ਵਾਲੇ ਸਨ। ਤੋ ਬੜੀ ਸੇਵਾ ਹੈ ਭਾਈ ਸਿੱਧੀ ਚੰਦ ਨੇ ਕਰਨੀ। ਕਰ ਜੋਰੇ ਬੈਠੇ ਨਿਤ ਪਾਸ, ਹੱਥ ਜੋੜ ਕੇ ਭਾਈ ਸਿੱਧੀ ਚੰਦ ਨੇ ਹਰ ਵੇਲੇ ਭਾਈ ਗੰਗਾ ਰਾਮ ਜੀ ਦੇ ਸਾਹਮਣੇ ਬੈਠੇ ਰਹਿਣਾ ਵੀ ਜਦੋਂ ਕੋਈ ਸੇਵਾ ਕਰਨਗੇ, ਹੁਕਮ ਕਰਨਗੇ ਤੇ ਮੈਂ ਝੱਟ ਸੇਵਾ ਕਰਾਂ। ਹਰ ਵੇਲੇ ਕੋਲ ਹੀ ਬੈਠੇ ਰਹਿਣਾ। ਜਬ ਕੁਛ ਬਚਨ ਸੁਕਰੇ ਪ੍ਰਕਾਸ਼, ਜਦੋਂ ਭਾਈ ਗੰਗਾ ਰਾਮ ਜੀ ਕੋਈ ਬਚਨ ਕਰਦੇ ਸੀ, ਕੋਈ ਸੇਵਾ ਦੀ ਮੰਨ ਲਓ ਕੋਈ ਲੋੜ ਪੈ ਜਾਣੀ ਜਾਂ ਕੋਈ ਉਹਨਾਂ ਨੇ ਬਚਨ ਕਰਨਾ, ਤਾਤਕਾਲ ਮਾਨੇ ਤਿਮ ਕਰੇ। ਭਾਈ ਸਿੱਧੀ ਚੰਦ ਨੇ ਤਾਤਕਾਲ ਹੀ ਉਹ ਸੇਵਾ ਕਰਨੀ। ਤਾਂ 7 ਬਚਨ ਭਾਈ ਗੰਗਾ ਰਾਮ ਜੀ ਨੇ ਜੇ ਕੁਝ ਕਹਿਣਾ ਵੀ ਜਲ ਆਲੇ ਉਹਨਾਂ ਦੇ ਮੁਖ 'ਚ ਹੀ ਹੋਣਾ, ਇਹਨਾਂ ਨੇ ਝੱਟ ਜਾ ਕੇ ਜਲ ਲਿਆ ਕੇ ਹਾਜ਼ਰ ਕਰ ਦੇਣਾ। ਯਾਨੀ ਕਿ ਰਾਤ ਦਿਨ ਉਹਨਾਂ ਦੀ ਸੇਵਾ ਵਿੱਚ ਹੀ ਰਹਿਣਾ। ਬਿਨ ਆਲਸ ਸੇਵਾ ਤਤ ਪਰੇ, ਆਲਸ ਤੋਂ ਬਿਨਾਂ ਸੇਵਾ ਕਰਦੇ। ਸੇਵਾ ਵਿੱਚ ਆਲਸ ਨਹੀਂ ਹੋਣੀ ਚਾਹੀਦੀ, ਸੇਵਾ ਵਿੱਚ ਨਹੀਂ ਆਲਸ ਹੋਣੀ ਚਾਹੀਦੀ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਇੱਕ ਚਿੱਠੀ ਹੈ, ਉਹਨਾਂ ਨੇ ਲਿਖੀ ਆਪਣੇ ਹੱਥੀਂ, ਮਾਤਾ ਸੁੰਦਰੀ ਜੀ ਨੂੰ ਲਿਖੀ ਹੈ, ਦਿੱਲੀ। ਦਰਬਾਰ ਸਾਹਿਬ ਭਾਈ ਮਨੀ ਸਿੰਘ ਜੀ ਸੇਵਾ ਕਰਦੇ, ਬਿਰਧ ਹੋ ਗਏ ਸੀ, 90 ਸਾਲ ਦੇ ਨੇੜੇ ਉਮਰ ਸੀ, ਤੇ ਦਰਬਾਰ ਸਾਹਿਬ ਦੀ ਸੇਵਾ ਕਰਦੇ। ਤੇ ਮਾਤਾ ਜੀ ਨੂੰ ਚਿੱਠੀ ਲਿਖ ਕੇ ਭੇਜੀ, ਮਾਤਾ ਜੀ ਸਰੀਰ ਮੇ ਖੇਚੜਾ ਹੈ, ਯਾਨੀ ਕਿ ਬਿਰਧ ਸੀ ਸਰੀਰ, ਹੁਣ ਬਿਰਧ ਅਵਸਥਾ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਸਰੀਰ ਨੂੰ। ਕਹਿੰਦੇ ਸਰੀਰ ਮੇ ਖੇਚੜਾ ਹੈ ਪਰ ਸੇਵਾ ਮੇ ਆਲਕ ਨਹੀਂ ਹੈ। ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਸੇਵਾ 'ਚ ਕੋਈ ਢਿੱਲ ਨਹੀਂ ਹੈ, ਸੇਵਾ ਵਿੱਚ ਆਲਸ ਹੋਣੀ ਨਹੀਂ ਚਾਹੀਏ। ਤੋ ਭਾਈ ਸਿੱਧੀ ਚੰਦ ਜੀ ਬਿਨਾਂ ਆਲਸ ਤੋਂ ਭਾਈ ਗੰਗਾ ਰਾਮ ਜੀ ਦੀ ਸੇਵਾ ਕਰਦੇ ਹਨ। ਵਸਤਰ ਰੁਚਰ ਅਰਪੇ ਟਿਗ ਲਿਆਏ, ਭਾਈ ਗੰਗਾ ਰਾਮ ਜੀ ਦੇ ਪਹਿਨਣ ਵਾਸਤੇ ਵਧੀਆ ਬਸਤਰ ਬਣਵਾ ਕੇ। ਸਿੱਧੀ ਚੰਦ ਜੀ ਘਰੋਂ ਪਰਿਵਾਰੋਂ ਚੰਗੇ ਸਨ ਤੇ ਕਾਰੋਬਾਰ ਕਰਨ ਵਾਲੇ ਵਿਵਹਾਰੀ ਸਨ, ਦੁਕਾਨਦਾਰ ਸੀ।
ਚੰਗੇ ਵਧੀਆ ਵਸਤਰ ਬਣਾ ਕੇ ਤੇ ਭਾਈ ਗੰਗਾ ਰਾਮ ਜੀ ਨੂੰ ਭੇਟਾ ਕਰਦੇ ਹਨ। ਸਵਾਦਲ ਭੋਜਨ ਦੇ ਤ੍ਰਿਪਤਾਏ, ਘਰੋਂ ਜ਼ਿਆਦਾ ਲਿਆਉਂਦੇ, ਸੇਵਾ ਕਰਦੇ, ਪ੍ਰਸ਼ਾਦਾ ਪਕਾ ਕੇ ਘਰੋਂ ਲਿਆ ਕੇ ਛਕਾਉਂਦੇ। ਨਿਜ ਘਰ ਤੇ ਸੁੰਦਰ ਜਲ ਆਨੇ, ਆਪਣੇ ਹੱਥੀਂ ਜਲ ਲਿਆਉਣਾ ਭਰ ਕੇ ਉਹ ਭਾਈ ਗੰਗਾ ਰਾਮ ਜੀ ਨੂੰ ਛਕਾਉਣਾ ਤੇ ਇਸ਼ਨਾਨ ਕਰਾਉਣਾ। ਕਰਨ ਪ੍ਰਸੰਨ ਕਰਾਵਤ ਪਾਨੇ, ਔਰ ਉਹ ਜਲ ਛਕਾਉਣਾ ਭਾਈ ਗੰਗਾ ਰਾਮ ਜੀ ਨੂੰ, ਔਰ ਪ੍ਰਸ਼ਾਦਾ ਵੀ ਆਪ ਤਿਆਰ ਕਰਕੇ ਘਰੋਂ ਲਿਆ ਕੇ ਛਕਾਣਾ। ਸਿੱਧੀ ਚੰਦ ਸੇਵਾ ਇਮ ਕਰੇ, ਏਦਾਂ ਭਾਈ ਸਿੱਧੀ ਚੰਦ ਜੀ ਰਾਤ ਦਿਨ ਸੇਵਾ ਕਰਦੇ। ਭਾਈ ਗੰਗਾ ਰਾਮ ਜੀ ਮਹਾਨ ਪੁਰਖ ਨੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦੀ ਸੇਵਾ ਕਰਦੇ ਰਾਤ ਦਿਨ। ਉਰ ਸ਼ਰਦਾ ਨਿਸਬਾਸੁਰ ਤਰੇ, ਹਿਰਦੇ ਚ ਰਾਤ ਦਿਨ ਮਨ ਚ ਸ਼ਰਧਾ ਭਾਵਨਾ ਵਿਸ਼ਵਾਸ ਰੱਖਦੇ। ਬੀਤ ਗਿਓ ਜਬ ਕੇਤਕ ਕਾਲ, ਏਦਾਂ ਸੇਵਾ ਕਰਦਿਆਂ ਭਾਈ ਸਿੱਧੀ ਚੰਦ ਨੂੰ ਕਈ ਮਹੀਨੇ ਨਹੀਂ ਕੁਝ ਸਾਲ ਹੀ ਬੀਤ ਗਏ ਸੇਵਾ ਕਰਦਿਆਂ। ਕਾਫੀ ਸਮਾਂ ਇਦਾਂ ਹੀ ਸੇਵਾ ਕਰਦਿਆਂ ਬਤੀਤ ਹੋ ਗਿਆ। ਸਭ ਤਜ ਕਾਲੀ ਕਾਲ ਬਿਸਾਲ, ਸਭ ਕੁਝ ਛੱਡ ਛਡਾ ਕੇ ਘਰ ਦਾ ਵੀ ਬਹੁਤਾ ਧਿਆਨ ਨਹੀਂ। ਭਾਈ ਸਿੱਧੀ ਚੰਦ ਜੀ ਹਰ ਵੇਲੇ ਉਹਨਾਂ ਦੀ ਸੁਰਤੀ 'ਚ ਭਾਈ ਗੰਗਾ ਰਾਮ ਜੀ ਦਾ ਹੀ ਖਿਆਲ ਰਹਿੰਦਾ। ਉਹਨਾਂ ਦੀ ਸੇਵਾ ਵਿੱਚ ਹੀ ਤਤਪਰ ਰਹਿੰਦੇ, ਜੁੜੇ ਰਹਿੰਦੇ ਹਨ। ਬਿਕ ਕਰ ਦਿਜਬਰ ਗੰਗਾ ਰਾਮ, ਹੁਣ ਇੱਕ ਦਿਨ ਹਰ ਇੱਕ ਖਾਲਸਾ ਜੀ ਸੇਵਾ ਦਾ ਸਮਾਂ ਆ ਗਿਆ ਪੂਰਨ ਹੋਣ ਦਾ। ਤੋ ਭਾਈ ਗੰਗਾ ਰਾਮ ਜੀ ਇੱਕ ਦਿਨ ਪਇਓ ਪ੍ਰਸੰਨ ਕਿਰਪਾ ਅਬਿਰਾਮ, ਬੜੇ ਪ੍ਰਸੰਨ ਹੋਏ। ਭਾਈ ਸਿੱਧੀ ਚੰਦ ਜੀ ਕੋਈ ਸੇਵਾ ਟਹਿਲ ਕੀਤੀ ਤੇ ਭਾਈ ਗੰਗਾ ਰਾਮ ਜੀ ਨੂੰ ਬੜੀ ਖੁਸ਼ੀ ਆਈ, ਬੜੇ ਪ੍ਰਸੰਨ ਹੋਏ ਇਹਨਾਂ ਦੀ ਸੇਵਾ ਟਹਿਲ ਵੇਖ ਕੇ। ਸਿੱਧੀ ਚੰਦ ਤੂੰ ਸੇਵਾ ਕਰੇ, ਭਾਈ ਗੰਗਾ ਰਾਮ ਜੀ ਪ੍ਰਸੰਨ ਹੋ ਕੇ ਬੋਲੇ, ਕਹਿੰਦੇ ਸਿੱਧੀ ਚੰਦ ਤੂੰ ਸਾਡੀ ਬੜੀ ਸੇਵਾ ਕੀਤੀ ਹੈ, ਬੜੇ ਪਿਆਰ ਨਾਲ ਸ਼ਰਧਾ ਤੇ ਯਕੀਨ ਦੇ ਨਾਲ ਤੂੰ ਸਾਡੀ ਸੇਵਾ ਕਰਦਾ ਹੈ। ਕੌਣ ਮਨੋਰਥ ਮਨ ਮੈਂ ਤਰੇ, ਅਸੀਂ ਤੈਨੂੰ ਕਦੇ ਪੁੱਛਿਆ ਹੀ ਨਹੀਂ ਵੀ ਤੇਰਾ ਮਨੋਰਥ ਕੀ ਹੈ, ਤੂੰ ਸੇਵਾ ਕਰਦਾ। ਅਸੀਂ ਤੇਰੀ ਕਦੇ ਕਾਮਨਾ ਹੀ ਨਹੀਂ ਪੁੱਛੀ। ਭਾਈ ਗੰਗਾ ਰਾਮ ਜੀ ਕਹਿੰਦੇ ਵੀ ਤੈਨੂੰ ਵਾਹਵਾ ਸਮਾਂ ਹੋ ਗਿਆ ਸੇਵਾ ਕਰਦਿਆਂ, ਤੂੰ ਆਪਣੇ ਮਨ 'ਚ ਕੀ ਮਨੋਰਥ ਰੱਖ ਕੇ ਸੇਵਾ ਕਰਦਾ ਹੈ। ਸੋ ਅਬ ਹਮਰੇ ਤੀਰ ਕਹੀਜੇ, ਦੱਸ ਜਿਹੜਾ ਤੇਰੇ ਮਨ ਦਾ ਮਨੋਰਥ ਹੈ ਉਹ ਸਾਨੂੰ ਹੁਣ ਦੱਸ ਦੇ। ਬਾਂਚ ਤੋ ਨਿਸੰਸੇ ਲੀਜੇ, ਜਿਹੜਾ ਵੀ ਤੁਹਾਡੇ ਮਨ ਦਾ ਮਨੋਰਥ ਹੈ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਤੁਹਾਨੂੰ ਦਵਾ ਦਿੰਨੇ ਆ। ਤੁਸੀਂ ਦੱਸੋ, ਗੁਰੂ ਘਰੋਂ ਸਾਰਾ ਕੁਝ ਹੀ ਮਿਲ ਜਾਂਦਾ, ਗੁਰੂ ਨਾਨਕ ਸਾਹਿਬ ਦੇ ਘਰੋਂ। ਜਿਹੜਾ ਤੁਹਾਡੇ ਮਨ ਦਾ ਮਨੋਰਥ ਹੈ ਦੱਸੋ, ਉਹ ਮਨ ਬਾਂਛਤ ਫਲ ਕਰਤਾਰ ਤੁਹਾਡੀ ਇੱਛਾ ਪੂਰੀ ਕਰੇਗਾ। ਸ਼ਰਧਾ ਸੇਵ ਹੀਰ ਕਰ ਤੋਈ, ਤੁਹਾਡੀ ਸ਼ਰਧਾ ਤੁਹਾਡੀ ਸੇਵਾ ਭਾਵਨਾ ਵੇਖ ਕੇ ਅਨਕੰਪਾ ਉਪਜਤੈ ਮੋਈ, ਮੇਰੇ ਹਿਰਦੇ 'ਚ ਤੁਹਾਡੇ ਤੇ ਕਰੁਣਾ ਆ ਰਹੀ ਹੈ, ਤੁਹਾਡੇ ਤੇ ਦਇਆ ਆ ਰਹੀ ਹੈ ਭਾਈ ਸਿੱਧੀ ਚੰਦ ਜੀ। ਤੇ ਤੁਸੀਂ ਦੱਸੋ ਵੀ ਤੁਹਾਡਾ ਕੀ ਮਨੋਰਥ ਹੈ, ਕਿਹੜਾ ਮਨੋਰਥ ਧਾਰ ਕੇ ਸੇਵਾ ਕਰਦੇ ਹੋ। ਇਮ ਸੁਨ ਸਿੱਧੀ ਚੰਦ ਦਿਜ ਬੈਨ, ਜਦੋਂ ਭਾਈ ਗੰਗਾ ਰਾਮ ਜੀ ਨੇ ਬਚਨ ਕਹੇ ਭਾਈ ਸਿੱਧੀ ਚੰਦ ਜੀ ਨੇ ਸੁਣੇ। ਪਇਓ ਆਨੰਦ ਪ੍ਰਫੁੱਲਿਤ ਨੈਣ, ਕਹਿੰਦੇ ਹਿਰਦੇ 'ਚ ਆਨੰਦ ਵਰਤ ਗਿਆ ਭਾਈ ਸਿੱਧੀ ਚੰਦ ਦੇ। ਅੱਖਾਂ ਕਮਲ ਦੇ ਫੁੱਲ ਵਾਂਗੂ ਖਿੜ ਗਈਆਂ। ਹੱਥ ਜੋੜ ਕਰਕੇ ਉਹ ਅਗਾਰੀ, ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਜੇ ਅਬਰਾਵਰ ਕਰੁਣਾ ਧਾਰੀ, ਕਹਿਣ ਲੱਗੇ ਮਹਾਰਾਜ ਜੇ ਹੁਣ ਤੁਸੀਂ ਕਿਰਪਾ ਧਾਰੀ ਹੈ, ਤੁਸੀਂ ਦਇਆ ਦੇ ਘਰ ਵਿੱਚ ਆਏ ਹੋ। ਪੁੱਤਰ ਨਹੀਂ ਉਪਜਤ ਕਰ ਮੇਰੇ, ਮਹਾਰਾਜ ਮੇਰੇ ਘਰ ਪੁੱਤਰ ਨਹੀਂ ਹੈ। ਜੇ ਤੁਸੀਂ ਕਿਰਪਾ ਦੇ ਘਰ ਵਿੱਚ ਆਏ ਹੋ, ਜੇ ਮਨੋਰਥ ਪੁੱਛਦੇ ਹੋ, ਤੇ ਮਹਾਰਾਜ ਮੇਰੇ ਘਰ ਵਿੱਚ ਪੁੱਤਰ ਦੀ ਦਾਤ ਨਹੀਂ ਹੈ। ਹਾਰੇ ਕਰ ਉਪਚਾਰ ਕਨੇਰੇ, ਬੜੇ ਪਹਿਲਾਂ ਉਪਚਾਰ ਕੀਤੇ ਨੇ, ਕਈ ਤਰ੍ਹਾਂ ਦੇ ਉਪਾਅ ਕੀਤੇ ਨੇ, ਹੁਣ ਮੈਂ ਹਾਰ ਗਿਆ ਹਾਂ ਤੇ ਉਦੋਂ ਦਾ ਤੁਹਾਡੀ ਸੇਵਾ ਵਿੱਚ ਲੱਗਾ ਹਾਂ। ਸਿੱਧ ਸਪੂਤ ਦੀਜੀਏ ਮੋਈ, ਬਾਬਾ ਜੀ ਕਿਰਪਾ ਕਰੋ, ਜੇ ਮਨੋਰਥ ਪੂਰਾ ਕਰਨਾ ਤੇ ਮੇਰਾ ਇਹ ਮਨੋਰਥ ਪੂਰਾ ਕਰੋ ਵੀ ਸਿੱਧੀ ਵਾਲਾ ਪੁੱਤਰ ਬਖਸ਼ੋ ਮੈਨੂੰ। ਜਿਹੜਾ ਸਿੱਧੀਆਂ ਦਾ ਮੇਰਾ ਨਾਂ ਸਿੱਧੀ ਚੰਦ ਹੈ
ਤੇ ਮਹਾਰਾਜ ਸਿੱਧੀ ਵਾਲਾ ਕੋਈ ਪੁੱਤਰ ਬਖਸ਼ੋ। ਬਚਨ ਆਪਕੇ ਤੇ ਸਭ ਹੋਈ। ਤੁਹਾਡੇ ਬਚਨਾਂ ਨਾਲ ਤਾਂ ਸਭ ਕੁਝ ਹੋ ਜਾਂਦਾ ਭਾਈ ਗੰਗਾ ਰਾਮ ਜੀ। ਜਿਹੜਾ ਤੁਸੀਂ ਬਚਨ ਕਰ ਦਿੰਦੇ ਹੋ ਉਹ ਬਚਨ ਪੂਰਾ ਹੋ ਜਾਂਦਾ। ਜੇ ਤੁਸੀਂ ਇਹ ਕਰ ਦਿਓਗੇ ਇਹ ਵੀ ਹੋ ਜਾਏਗਾ। ਸੁਨ ਕੈ ਦਿਜ ਬਰ ਗੰਗਾ ਰਾਮ। ਸੁਣ ਕੇ ਭਾਈ ਗੰਗਾ ਰਾਮ ਜੀ ਗੁਰ ਕੋ ਸਿੱਖ ਉਰ ਬ੍ਰਿਤ ਅਭਿਰਾਮ। ਗੁਰੂ ਕੇ ਸਿੱਖ ਨੇ ਭਾਈ ਗੰਗਾ ਰਾਮ ਜੀ, ਔਰ ਬਿਰਤੀ ਬੜੀ ਸੁੰਦਰ। ਫਿਰ ਵੇਖਿਆ ਸਿੱਧੀ ਚੰਦ ਵੀ ਬੜੀ ਭਾਵਨਾ ਵਾਲਾ ਹੈ, ਗੁਰੂ ਘਰ ਦੇ ਸੇਵਕਾਂ ਦੀ ਸੇਵਾ ਕਰਦਾ ਹੈ। ਪੁੱਤਰ ਦਾਸ ਕੇ ਲਖਿਓ ਨਾ ਤਾਮ। ਵੇਖਿਆ ਵੀ ਸੇਵਾਦਾਰ ਹੈ ਗੁਰੂ ਘਰ ਦਾ, ਇਹਦੇ ਘਰ ਪੁੱਤਰ ਨਹੀਂ ਹੈ। ਸ਼ਰਦਾ ਸਹਿਤ ਰਹਿਤ ਨਿਤ ਸ਼ਾਮ। ਤੇ ਸ਼ਰਧਾ ਸਹਿਤ ਸਾਡੀ ਸ਼ਰਨ 'ਚ ਰਹਿੰਦਾ, ਸ਼ਰਧਾ ਸਹਿਤ ਸਾਡੀ ਸੇਵਾ ਟਹਿਲ ਕਰਦਾ ਹੈ। ਸੁਤ ਉਪਜੇ ਬੁੱਧ ਜੁਤ ਵੱਡ ਸਿੱਧ। ਔਰ ਇਹ ਚਾਹੁੰਦਾ ਵੀ ਸਿੱਧ ਪੁਰਸ਼ ਪੁੱਤਰ ਹੋਵੇ ਸਾਡੇ, ਮੇਰੇ ਘਰ ਜਨਮੇ। ਤੇ ਫਿਰ ਬਾਬਾ ਜੀ ਬੋਲੇ ਭਾਈ ਗੰਗਾ ਰਾਮ ਜੀ, ਕਹਿੰਦੇ ਸਿੱਧੀ ਚੰਦ ਤੁਹਾਡੇ ਘਰ ਸਿੱਧ ਪੁਰਸ਼ ਜਨਮ ਲਵੇਗਾ। ਸਿੱਧ ਪੁਰਖ ਹੀ ਹੋਵੇਗਾ, ਜਿਹਦੀ ਬੁੱਧੀ ਬਹੁਤ ਵਿਸ਼ਾਲ ਹੋਵੇਗੀ, ਉਹ ਉਪਜੇਗਾ ਤੁਹਾਡੇ ਘਰ। ਹੋਵੇ ਜਗਤ ਵਿਸਾਲ ਪ੍ਰਸਿੱਧ। ਜਿਹੜਾ ਸਾਰੇ ਜਗਤ ਵਿੱਚ ਸੰਸਾਰ ਵਿੱਚ ਬੜਾ ਪ੍ਰਸਿੱਧ ਹੋਵੇਗਾ, ਬੜਾ ਵੱਡਾ ਵਿਸ਼ਾਲ ਹੋਵੇਗਾ। ਜਨਮ ਤਈ ਅਚਰਜ ਦਿਖਰਾਵੇ। ਜਨਮ ਲੈਂਦੇ ਹੀ ਅਚਰਜ ਵਿਖਾਵੇਗਾ। ਜਦੋਂ ਜਨਮ ਲਵੇਗਾ ਨਾ, ਜਨਮ ਲੈਂਦੇ ਹੀ ਅਚਰਜਤਾ ਪ੍ਰਗਟ ਕਰੇਗਾ। ਸੰਸਾਰ ਦੇ ਲੋਕ ਦੰਗ ਹੋ ਜਾਣਗੇ ਵੇਖ ਕੇ। ਬੰਦੇ ਚਰਨ ਜੋ ਹੀਰਨ ਆਵੇ। ਜਿਹੜਾ ਉਹਨੂੰ ਵੇਖਣ ਆਵੇਗਾ, ਪਹਿਲੀ ਵਾਰ ਵੇਖੇਗਾ, ਉਹਦਾ ਇੰਨਾ ਪ੍ਰਤਾਪ ਹੋਵੇਗਾ ਵੀ ਵੇਖਦੇ ਹੀ ਸੀਸ ਝੁਕਾਣਗੇ ਉਹਨੂੰ ਲੋਕ। ਉਹਦਾ ਇੰਨਾ ਪ੍ਰਤਾਪ ਹੋਵੇਗਾ। ਜਿਹੜਾ ਉਹਨੂੰ ਵੇਖਣ ਆਵੇਗਾ, ਵੇਖਦੇ ਹੀ ਉਹਦੇ ਚਰਨਾਂ ਤੇ ਬੰਦਨਾ ਕਰਨਗੇ। ਦੋਹਰਾ ਸਵਾ ਗਿਲਸ਼ਤ ਪਰਮਾਨ ਕੀ ਚੋਟੀ ਕੇ ਸਿਰ ਕੇਸ। ਭਾਈ ਗੰਗਾ ਰਾਮ ਜੀ ਕਹਿੰਦੇ ਅਚਰਜ ਇਹ ਹੋਵੇਗਾ, ਜਿਹੜਾ ਪੁੱਤਰ ਤੁਹਾਡੇ ਘਰ ਜਨਮੇਗਾ ਉਹਦੇ ਸੀਸ ਉੱਤੇ ਜੰਮਦਿਆਂ ਹੀ ਸਵਾ ਗਿੱਠ ਲੰਮੀ ਇੱਕ ਚੋਟੀ ਹੋਵੇਗੀ ਕੇਸਾਂ ਦੀ, ਔਰ ਉਹ ਚੋਟੀ ਚਿੱਟੇ ਰੰਗ ਦੀ ਹੋਵੇਗੀ, ਚਿੱਟੇ ਸਫੇਦ ਰੰਗ ਦੇ ਕੇਸਾਂ ਦੀ, ਜੰਮਦੇ ਦੇ ਬਾਲਕ ਦੇ ਘਰ। ਹਾਂਜੀ, ਅਤ ਸੁਪੈਦ ਜੁਤ ਜਨਮ ਹੈ ਅਸ ਹੋਏ ਸਿੱਧ ਵਿਸ਼ੇਸ਼। ਇਹੋ ਜਿਹਾ ਵਿਸ਼ੇਸ਼ ਸਿੱਧ ਪੁਰਸ਼ ਹੋਵੇਗਾ ਵੀ ਜਨਮਦੇ ਦੇ ਸੀਸ ਉੱਤੇ ਸਵਾ ਗਿੱਠ ਲੰਮੀ ਚਿੱਟੇ ਰੰਗ ਦੇ ਕੇਸਾਂ ਦੀ ਇੱਕ ਚੋਟੀ ਹੋਵੇਗੀ, ਔਰ ਸਿੱਧ ਪੁਰਖ ਹੋਵੇਗਾ। ਬੰਸ ਵਿਭੂਖਨ ਸੰਤ ਸ਼ੁਭ ਦੀਰਗ ਪਰੇ ਉਪਕਾਰ। ਉਹ ਤੁਹਾਡੀ ਬੰਸ ਦਾ ਗਹਿਣਾ ਹੋਵੇਗਾ ਵਿਭੂਸ਼ਣ, ਔਰ ਮਹਾਨ ਸ਼ੁਭ ਸੰਤ ਹੋਵੇਗਾ, ਔਰ ਉਹ ਬੜਾ ਦੀਰਗ ਪਰਉਪਕਾਰੀ ਮਹਾਨ ਪੁਰਖ ਹੋਵੇਗਾ। ਸ਼੍ਰੀ ਅਰਜਨ ਕੀ ਕਿਰਪਾ ਤੇ ਉਪਜੇ ਪੁੱਤਰ ਤੁਮਾਰੇ। ਭਾਈ ਗੰਗਾ ਰਾਮ ਜੀ ਨੇ ਨਹੀਂ ਕਿਹਾ ਵੀ ਮੇਰੀ ਕਿਰਪਾ ਨਾਲ, ਕਹਿੰਦੇ ਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਤੇਰੇ ਘਰ 'ਚ ਇਹੋ ਜਿਹਾ ਪੁੱਤਰ ਜਨਮੇਗਾ ਸਿੱਧੀ ਚੰਦ। ਗੁਰੂ ਅਰਜਨ ਸਾਹਿਬ ਕਿਰਪਾ ਕਰਨਗੇ, ਤੇਰੇ ਘਰ ਇਹੋ ਜਿਹਾ ਪੁੱਤਰ ਜਨਮੇਗਾ। ਜਿਸ ਕੋ ਮਾਨੇ ਦੇਸ਼ ਬਹੁ ਰਹੇ ਦਾਸ ਕੇ ਪਾਏ। ਔਰ ਜਿਹਨੂੰ ਇਹ ਸਾਰਾ ਦੇਸ਼ ਸਾਰਾ ਇਲਾਕਾ ਮੰਨੇਗਾ ਬਾਂਗਰ ਦਾ, ਔਰ ਸਾਰਾ ਇਲਾਕਾ ਮੰਨੇਗਾ, ਔਰ ਜਿਨ੍ਹਾਂ ਦੇ ਭਾਗ ਸਵੱਲੇ ਹੋਣਗੇ ਉਹ ਸੇਵਾ ਕਰਨਗੇ ਉਹਨਾਂ ਦੀ। ਮਹਾ ਸ਼ਕਤ ਧਰ ਉਪਜੇ ਲਿਓ ਸੇਵਾ ਫਲ ਪਾਏ। ਉਹ ਮਹਾਨ ਸ਼ਕਤੀ ਦੇ ਸਹਿਤ ਤੁਹਾਡੇ ਘਰ ਜਨਮੇਗਾ। ਸਾਡੀ ਘਰ ਦੀ ਸੇਵਾ ਕਰਨ ਦਾ ਇਹ ਮਹਾਨ ਫਲ ਭਾਈ ਸਿੱਧੀ ਚੰਦ ਜੀ ਤੁਹਾਨੂੰ ਪ੍ਰਾਪਤ ਹੋਵੇਗਾ। ਸਿੱਧੀ ਚੰਦ ਸੁਨ ਬਾਕ ਕੋ ਸੁਦਾ ਸਮਾਨ ਬਲਿੰਦ। ਭਾਈ ਸਿੱਧੀ ਚੰਦ ਨੇ ਜਦੋਂ ਭਾਈ ਗੰਗਾ ਰਾਮ ਜੀ ਦੇ ਬਚਨ ਸੁਣੇ, ਮਾਨੋ ਕੰਨਾਂ 'ਚ ਅੰਮ੍ਰਿਤ ਪੈ ਗਿਆ ਹੋਵੇ। ਜਾਣਦੇ ਸਨ ਇਹੋ ਜਿਹੇ ਬਲੀ ਪੁਰਖ ਨੇ ਜਿਹੜਾ ਬਚਨ ਕਰ ਦੇਣ ਰਸਨਾ ਤੋਂ ਪੂਰਾ ਹੁੰਦਾ ਹੈ। ਬੰਦਤ ਪਦ ਅਰਬਿੰਦ ਤੈ ਧਾਰਤ ਹਿਰਦੇ ਆਨੰਦ। ਹਿਰਦੇ 'ਚ ਮਹਾਨ ਪਰਮ ਆਨੰਦ ਨੂੰ ਧਾਰਨ ਕਰਕੇ ਭਾਈ ਸਿੱਧੀ ਚੰਦ ਜੀ ਨੇ ਭਾਈ ਗੰਗਾ ਰਾਮ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਪੂਰਬ ਸਮ ਸੇਵਤ ਅਧਿਕ
ਜਬ ਬੀਤਿਓ ਕੁਛ ਕਾਲ। ਜਿਵੇਂ ਪਹਿਲਾਂ ਸੇਵਾ ਕਰਦੇ ਉਹਦੇ ਨਾਲੋਂ ਕਈ ਗੁਣਾ ਵੱਧ ਭਾਵਨਾ ਨਾਲ ਫਿਰ ਸੇਵਾ ਕਰਨ ਲੱਗੇ। ਏਦਾਂ ਹੀ ਖਾਲਸਾ ਜੀ ਕੁਝ ਸਮਾਂ ਬੀਤਿਆ। ਗਰਭ ਧਰਿਓ ਤੈ ਪਾਰ ਜਾ ਉਪਜੀ ਖੁਸ਼ੀ ਬਿਸਾਲ। ਭਾਈ ਸਿੱਧੀ ਚੰਦ ਜੀ ਦੀ ਘਰਵਾਲੀ ਨੇ ਗਰਭ ਧਾਰਨ ਕੀਤਾ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਕਿ ਭਾਈ ਗੰਗਾ ਰਾਮ ਜੀ ਦੇ ਕਹੇ ਬਚਨ ਸੱਚ ਹੋ ਗਏ ਹਨ। ਦਸਵੇਂ ਮਾਸ ਪਰ ਸੂਤ ਪਾ ਮਹਾ ਸਿੱਧ ਬਪ ਜੋਏ। ਭਾਈ ਸਾਹਿਬ ਦੇ ਬਚਨ ਕਰਨ ਤੋਂ 10 ਮਹੀਨੇ ਬਾਅਦ 10ਵੇਂ ਮਹੀਨੇ ਕਹਿੰਦੇ ਇੱਕ ਬਾਲਕ ਨੇ ਜਨਮ ਲਿਆ, ਮਾਈ ਪ੍ਰਸੂਤਾ ਹੋਈ। ਜਿਨ ਜਨ ਦੇਖਿਓ ਜਾਏ ਤਬ ਸਭ ਕੇ ਅਚਰਜ ਹੋਏ। ਜਿਹਨੇ ਜਿਹਨੇ ਵੀ ਜਾ ਕੇ ਇਸ ਬਾਲਕ ਨੂੰ ਵੇਖਿਆ ਸਭ ਵੇਖ ਕੇ ਹੈਰਾਨ ਹੋ ਗਏ, ਇੱਕਦਮ ਅਸਚਰਜ ਹੋ ਗਏ। ਚੋਟੀ ਸਵਾ ਗਿਲਸ਼ਤ ਕੀ ਸੇਤ ਕੇਸ ਇੱਕ ਸਾਰ। ਇਹ ਵੇਖਿਆ ਵੀ ਜਿਹੜੇ ਬਾਲਕ ਦਾ ਜਨਮ ਹੋਇਆ ਉਹਦੇ ਸੀਸ ਉੱਤੇ ਸਵਾ ਗਿੱਠ ਲੰਮੀ ਚੋਟੀ ਹੈ ਚਿੱਟੇ ਰੰਗ ਦੇ ਕੇਸਾਂ ਦੀ। ਬਾਲਕ ਦਾ ਜਨਮ ਹੋਇਆ ਜਿਸ ਦਾ, ਜਿਵੇਂ ਭਾਈ ਗੰਗਾ ਰਾਮ ਜੀ ਨੇ ਕਿਹਾ ਸੀ ਮਹਾਂਪੁਰਖਾਂ ਨੇ, ਉਦਾਂ ਹੀ ਹੋਇਆ। ਕਹਿੰਦੇ ਸਵਾ ਗਿੱਠ ਲੰਮੀ ਸੀਸ ਦੇ ਉੱਤੇ ਚਿੱਟੇ ਰੰਗ ਦੇ ਕੇਸਾਂ ਦੀ ਇੱਕ ਚੋਟੀ ਹੈ। ਅਭਿਬੰਦਨ ਸਭਈ ਕਰਤ ਸੁਨ ਸੁਨ ਜਾਏ ਨਿਹਾਰ। ਇਹੋ ਜਿਹਾ ਪ੍ਰਤਾਪੀ ਬਾਲਕ ਹੈ ਵੀ ਜਿਹੜਾ ਵੀ ਵੇਖਦਾ ਨਮਸਕਾਰ ਕਰਦਾ, ਜਿਹੜਾ ਵੀ ਤੱਕਦਾ ਦਰਸ਼ਨ ਕਰਕੇ ਸੀਸ ਝੁਕਾਉਂਦਾ ਹੈ। ਸਿੱਧੀ ਚੰਦ ਤਬ ਆਏ ਕੈ ਬੰਦਤ ਗੰਗਾ ਰਾਮ। ਜਦੋਂ ਬਾਲਕ ਦਾ ਜਨਮ ਹੋਇਆ ਸਭ ਤੋਂ ਪਹਿਲਾਂ ਦੌੜੇ ਭਾਈ ਸਿੱਧੀ ਚੰਦ ਜੀ ਭਾਈ ਗੰਗਾ ਰਾਮ ਜੀ ਕੋਲ ਆਏ। ਭਾਈ ਗੰਗਾ ਰਾਮ ਜੀ ਨੂੰ ਆ ਕੇ ਪ੍ਰਣਾਮ ਕੀਤੀ, ਵੰਦਨਾ ਕੀਤੀ। ਹਰਕਤ ਹੋਏ ਤਬਈ ਤਰਿਓ ਮੂਲ ਚੰਦ ਤਿਸ ਨਾਮ। ਭਾਈ ਗੰਗਾ ਰਾਮ ਜੀ ਨੇ ਪ੍ਰਸੰਨ ਹੋ ਕੇ ਇਸ ਬਾਲਕ ਦਾ ਨਾਮਕਰਨ ਕੀਤਾ ਤੇ ਨਾਮ ਰੱਖਿਆ ਭਾਈ ਮੂਲ ਚੰਦ ਸਾਹਿਬ। ਭਾਈ ਮੂਲ ਚੰਦ ਸਾਹਿਬ ਇਹ ਨਾਮ ਰੱਖਿਆ। ਅਪਰ ਕਥਾ ਕਹਿਣ ਲਗ ਕਥੋਂ ਭਇਓ ਸਿੱਧ ਜਗ ਮਾਏ। ਕਹਿੰਦੇ ਭਾਈ ਮੂਲ ਚੰਦ ਸਾਹਿਬ ਦੀ ਕਥਾ ਕਿੱਥੋਂ ਤੱਕ ਕਹੀਏ, ਬੜੇ ਸਿੱਧ ਪੁਰਸ਼ ਹੋਏ ਭਾਈ ਮੂਲ ਚੰਦ ਸਾਹਿਬ। ਸਨਾਮ ਦੇ ਵਿੱਚ ਆ, ਸਨਾਮ ਸ਼ਹਿਰ ਹੈ ਆਪਣੇ, ਜਿਹਨੂੰ ਅੱਜ ਕੱਲ ਸਨਾਮ ਉਦਮ ਸਿੰਘ ਵਾਲਾ ਕਹਿੰਦੇ ਹੈ, ਕਿਉਂਕਿ ਜਰਨੈਲ ਯੋਧੇ ਦੇ ਨਾਂ ਨਾਲ ਇਹ ਪ੍ਰਗਟ ਹੋ ਗਿਆ ਉਦਮ ਸਿੰਘ ਸ਼ਹੀਦ ਦੇ ਨਾਮ ਨਾਲ ਸਨਾਮ ਸ਼ਹਿਰ। ਤੋ ਸਨਾਮ ਸ਼ਹਿਰ ਦੇ ਵਿੱਚ ਭਾਈ ਮੂਲ ਚੰਦ ਸਾਹਿਬ ਜੀ ਦੀ ਸਮਾਧ ਹੈ, ਉਹਨਾਂ ਦਾ ਸਥਾਨ ਹੈ। ਜਦੋਂ ਕਲਗੀਧਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ ਸੀ ਨਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਨੂੰ, ਤੇ ਗੁਰਦੇਵ ਨੇ ਬਚਨ ਕੀਤਾ ਸੀ। 2 ਬਚਨ ਕਹੇ ਸਨ ਉਚੇਚੇ ਤੌਰ ਤੇ। ਕਹਿੰਦੇ ਇੱਕ ਤਾਂ ਬੰਦਾ ਸਿੰਘ ਸਡੋਰੇ ਦੇ ਵਿੱਚ ਜਿਹੜਾ ਉਹ ਮਲੇਛ ਹੈ ਜਿਹਨੇ ਸਾਡੇ ਮੁਰੀਦ ਭਾਈ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ, ਉਸ ਪਾਪੀ ਨੂੰ ਮਾਰਨਾ। ਦੂਜਾ ਬਚਨ ਇਹ ਕਿਹਾ ਸੀ ਵੀ ਸਨਾਮ ਨਾ ਉਜਾੜੀ, ਸਨਾਮ ਸ਼ਹਿਰ ਨਾ ਉਜਾੜੀ, ਕਿਉਂਕਿ ਉੱਥੇ ਸਾਡੇ ਪਿਆਰੇ ਸੇਵਕ ਭਾਈ ਮੂਲ ਚੰਦ ਸਾਹਿਬ ਜੀ ਦਾ ਸਥਾਨ ਹੈ। ਇਹ ਬਚਨ ਕਲਗੀਧਰ ਜੀ ਨੇ ਕਹੇ, ਅੱਗੇ ਕਥਾ ਚ ਹੋਣਗੇ। ਬੜੇ ਮਹਾਨ ਤਤਵੇਤਾ ਮਹਾਂਪੁਰਖ ਹੋਏ ਭਾਈ ਮੂਲ ਚੰਦ ਸਾਹਿਬ। ਸਨਾਮ ਦੇ ਇਲਾਕੇ 'ਚ ਬਹੁਤ ਸਿੱਖੀ ਸੇਵਕੀ ਭਾਈ ਮੂਲ ਚੰਦ ਸਾਹਿਬ ਜੀ ਦੀ। ਕੁਝ ਦਹਾਕੇ ਪਹਿਲਾਂ ਉੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ, ਤੋ ਕੁਝ ਕੱਟੜਤਾ ਕਰਕੇ ਕੁਝ ਸਮਾਂ ਪਹਿਲਾਂ ਉੱਥੋਂ ਕਈ ਵੀਰਾਂ ਨੇ ਸਰੂਪ ਉੱਥੋਂ ਲੈ ਲਿਆ, ਤਕਰੀਬਨ 2-3 ਦਹਾਕੇ ਪਹਿਲਾਂ। ਪਰ ਫਿਰ ਵੀ ਜੋੜ ਮੇਲ ਹੁੰਦਾ, ਸੰਗਤਾਂ ਉੱਥੇ ਦਰਸ਼ਨ ਕਰਦੀਆਂ। ਕੁਝ ਸਾਲ ਪਹਿਲਾਂ ਅਸੀਂ ਦਰਸ਼ਨ ਕਰਕੇ ਆਏ ਸਾਂ। ਤੋ ਭਾਈ ਮੂਲ ਚੰਦ ਸਾਹਿਬ ਸਨਾਮ ਦੇ ਇਲਾਕੇ 'ਚ ਬਹੁਤ ਸਿੱਖੀ ਦਾ ਪ੍ਰਚਾਰ ਹੈ। ਬਾਂਗਰ ਦਾ ਇਲਾਕਾ ਸਦੀਂਦਾ ਸੀ। ਖਾਲਸਾ ਜੀ ਇਸੇ ਬਾਂਗਰ ਦੇ ਇਲਾਕੇ 'ਚ ਸੀਏ ਪਿੰਡ ਦੇ ਵਿੱਚ ਮਹਾਨ ਮਹਾਂਪੁਰਖ ਮਹਾਨ ਤੇਜਸਵੀ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਉਹ ਵੀ ਦਿਨ ਸ਼ਹੀਦੀ ਦੇ ਜਿਹੜੇ 200 ਸਾਲਾ ਸ਼ਤਾਬਦੀ ਦਾ ਦਿਹਾੜਾ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ 14 ਮਾਰਚ ਨੂੰ ਆ ਰਿਹਾ ਹੈ। 200 ਸਾਲ ਹੋ ਜਾਣੇ ਨੇ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ। ਸੋ ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਬਾ ਮੂਲ ਚੰਦ ਸਾਹਿਬ ਜੀ ਦੇ ਸਮੇਂ ਬਹੁਤ ਵਧਿਆ ਫੁੱਲਿਆ। ਹਾਂਜੀ। ਅਜ਼ਮਤ ਧਰ ਜੋ ਜਗਤ ਬੋ
ਆਨ ਮਾਨ ਤੇ ਤਾਏ। ਕਹਿੰਦੇ ਭਾਈ ਮੂਲ ਚੰਦ ਸਾਹਿਬ ਬੜੀ ਅਜ਼ਮਤ ਵਾਲੇ ਮਹਾਂਪੁਰਖ ਸੀ, ਬੜੀ ਦੁਨਿਆਈ ਬੜੀ ਲੁਕਾਈ ਉਹਨਾਂ ਨੂੰ ਆ ਕੇ ਮੰਨਦੀ ਪੂਜਦੀ ਸੀ। ਕਾਰ ਸੁਦਾ ਸਰ ਕੀ ਕਰੀ ਦਿਜਬਰ ਗੰਗਾ ਰਾਮ। ਇਹ ਤਾਂ ਭਾਈ ਗੰਗਾ ਰਾਮ ਜੀ ਬੜੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਟਹਿਲ ਕੀਤੀ। ਭਇਓ ਸ਼ਕਤ ਤਰ ਅਸ ਬਲੀ ਸਿਮਰਤ ਸ਼੍ਰੀ ਸਤਨਾਮ। ਔਰ ਗੁਰੂ ਘਰ ਦੀ ਸੇਵਾ ਕਰਦਿਆਂ ਨਾਮ ਸਿਮਰਦਿਆਂ ਭਾਈ ਗੰਗਾ ਰਾਮ ਜੀ ਇਹੋ ਜਿਹੇ ਬਲੀ ਪੁਰਖ ਹੋ ਗਏ ਕਿ ਜਿਨ੍ਹਾਂ ਦੇ ਬਚਨ ਪੂਰੇ ਹੁੰਦੇ, ਜਿਹੜਾ ਬਚਨ ਕਰ ਦਿੰਦੇ ਪੂਰਾ ਹੋ ਜਾਂਦਾ। ਇਹ ਸੇਵਾ ਦਾ ਪ੍ਰਤਾਪ ਸੀ, ਗੁਰੂ ਘਰ ਦੀ ਸੇਵਾ ਤੇ ਸਿਮਰਨ ਦਾ ਪ੍ਰਤਾਪ ਸੀ। ਅਬ ਲਗ ਜਗ ਮੈਂ ਬਿਦਤ ਬੋ ਨਗਰ ਸੁਨਾਮ ਵਿਸਾਲ। ਕਹਿੰਦੇ ਅੱਜ ਤੱਕ ਸੁਨਾਮ ਨਗਰ ਉਹ ਜਗਤ ਵਿੱਚ ਬਿਦਤ ਤੇ ਪ੍ਰਗਟ ਹੈ, ਜਿੱਥੇ ਭਾਈ ਮੂਲ ਚੰਦ ਸਾਹਿਬ ਜੀ ਦੀ ਜਗ੍ਹਾ ਹੈ। ਤਿਸ ਟਿਗ ਪੂਜਾ ਹੋਤੇ ਹੈ ਮੂਲ ਚੰਦ ਕੀ ਜਾਲ। ਸੁਨਾਮ ਸ਼ਹਿਰ ਦੇ ਵਿੱਚ ਭਾਈ ਮੂਲ ਚੰਦ ਸਾਹਿਬ ਜੀ ਦੀ ਬੜੀ ਪੂਜਾ ਤੇ ਮਾਨਤਾ ਹੁੰਦੀ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ, ਸੰਤਤ ਗੰਗਾ ਰਾਮ ਕੀ ਪੂਜਾ ਤਨ ਸੋ ਲੇਤ। ਇਹ ਜਿਹੜਾ ਪੂਜਾ ਦਾ ਚੜਾਵਾ ਚੜਦਾ ਉਹ ਚੜਾਵਾ ਭਾਈ ਗੰਗਾ ਰਾਮ ਜੀ ਦੀ ਜਿਹੜੀ ਸੰਤਾਨ ਹੈ ਉਹ ਲੈਂਦੀ ਹੈ। ਭਾਈ ਮੂਲ ਚੰਦ ਸਾਹਿਬ ਜੀ ਦੀ ਜਿਹੜੇ ਸਥਾਨ ਦੀ ਉਹ ਅੱਗੇ ਭਾਈ ਗੰਗਾ ਰਾਮ ਜੀ ਦੇ ਪਰਿਵਾਰ ਨੇ ਉੱਥੇ ਉਹ ਸਾਰੀ ਸੇਵਾ ਸਾਂਭਦੇ ਹਨ। ਸੇਵਤ ਜੋ ਕਰ ਕਾਮਨਾ ਸੋ ਪੂਰਨ ਕਰ ਦੇਤ। ਜਿਹੜੀ ਕੋਈ ਭਾਵਨਾ ਨਾਲ ਉੱਥੇ ਸੇਵਾ ਟਹਿਲ ਕਰਦਾ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਇਤਿਆਦਿਕ ਕੇਤਕ ਗਿਨੋ ਕਰਤ ਸੁਦਾ ਸਰਕਾਰ। ਕਵੀ ਜੀ ਕਹਿੰਦੇ ਮੈਂ ਕਿੰਨੇ ਕੁ ਗੁਰਮੁਖਾਂ ਦੀ ਗਿਣਤੀ ਕਰਾਂ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ। ਦੱਸ ਪਿੱਛੇ ਕੁਝ ਦਿਨਾਂ ਤੋਂ ਪ੍ਰਸੰਗ ਚੱਲ ਰਹੇ ਨੇ ਨਾ, ਭਾਈ ਮੰਝ ਜੀ, ਭਾਈ ਬਹੋੜਾ ਜੀ, ਇਹ ਸਾਰੇ ਗੁਰਸਿੱਖ ਭਾਈ ਗੰਗਾ ਰਾਮ ਜੀ ਇਹ ਗੁਰੂ ਘਰ ਵਿੱਚ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਕੇ ਸਿੱਧ ਹੋਏ। ਦੋਇ ਲੋਕਨ ਕੇ ਸੁਖ ਲਏ ਸ਼ਕਤੀ ਪਾਏ ਉਦਾਰ। ਦੋਹਾਂ ਜਹਾਨਾਂ ਦੇ ਸੁੱਖ ਮਿਲੇ ਉਹਨਾਂ ਨੂੰ ਔਰ ਇਸ ਮਹਾਨ ਸ਼ਕਤੀ ਨੂੰ ਤਿਨਾਂ ਨੇ ਪ੍ਰਾਪਤ ਕੀਤਾ। ਬਲਿਹਾਰ ਜਾਈਏ ਨਾ ਨਾਮ ਰਸੀਏ ਗੁਰਸਿੱਖਾਂ ਤੋਂ, ਕੁਰਬਾਨ ਜਾਈਏ ਵਾਰੇ ਵਾਰੇ ਜਾਈਏ ਬਲਿਹਾਰੇ ਜਾਈਏ। ਗੁਰੂ ਸਾਹਿਬ ਜੀ ਦੇ ਘਰ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਸੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੀਤ ਹੈ ਗੋਬਿੰਦ ਹੈ ਗੁਣ ਨਿਧਾਨ ਏ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਏ ਪਰੋਏ ਆਏ
ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।